ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਰੀ ਲੌਂਗ ਵੀਕਐਂਡ ਸੀ ਤੇ ਲੌਂਗ ਵੀਕਐਂਡ ਤੋਂ ਬਾਅਦ ਖੈਰ ਆਪਾਂ ਅੱਜ ਮੁਲਾਕਾਤ ਕੀਤੀ ਹੈ ਤਾਂ ਮੁਲਾਕਾਤ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਸ਼ੂ ਆਈ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਨੀ ਬਣਦੀ ਹੈ। ਹਾਲ ਹੀ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਬਹੁਤ ਵੱਧਦੀ ਜਾ ਰਹੀ ਹੈ, ਕਮਿਊਨਿਟੀ ਵੱਧ ਰਹੀ ਹੈ, ਕਮਿਊਨਿਟੀ ਦੀਆਂ ਡਿਮਾਂਡਸ ਵੱਧ ਰਹੀਆਂ ਨੇ। ਇਸੇ ਕਰਕੇ ਉਹ ਹਰ ਜ਼ਰੂਰਤ ਦੀ ਚੀਜ਼ ਜਿਹੜੀ ਹੈ ਕਮਿਊਨਿਟੀ ਲਈ ਪ੍ਰੋਵਾਈਡ ਕਰਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਪੰਜਾਬੀ ਮਾਰਕੀਟਾਂ ਹੋਣ, ਚਾਹੇ ਉਹ ਪੰਜਾਬੀ ਭਾਸ਼ਾ ਦਾ ਜਿਹੜਾ ਤਾਲਮੇਲ ਹੋਵੇ ਜਾਂ ਫਿਰ ਪੰਜਾਬੀ ਸੰਸਥਾਵਾਂ ਹੋਣ ਜਿਹੜੀਆਂ ਕਿਸੇ ਵੀ ਤਰ੍ਹਾਂ ਦੇ ਨਾਲ ਕਮਿਊਨਿਟੀ ਦੀ ਮਦਦ ਕਰ ਸਕਦੀਆਂ ਨੇ। ਉਹਨਾਂ ਨੂੰ ਵੱਡਾ ਕਰਨ ਦੀ ਮੰਗ ਵੀ ਉੱਠ ਰਹੀ ਹੈ ਤੇ ਉਹਨਾਂ ਨੂੰ ਬਣਾਇਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਾ ਰਿਹਾ ਹੈ ਕਿਉਂਕਿ ਕਮਿਊਨਿਟੀ ਦੇ ਵਿੱਚ ਵਾਧਾ ਹੋ ਰਿਹਾ ਹੈ। ਸੋ ਇਸੇ ਕਰਕੇ ਬਹੁਤ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਕਿ ਹਰ ਉਸ ਥਾਂ ਦੇ ਉੱਤੇ ਜਿੱਥੇ ਪੰਜਾਬੀ ਕਮਿਊਨਿਟੀ ਵੱਧ ਰਹੀ ਹੈ ਉੱਥੇ ਧਾਰਮਿਕ ਜਿਹੜੇ ਸਥਾਨ ਨੇ ਉਹ ਵੀ ਵੱਧ ਤੋਂ ਵੱਧ ਹੋਣ, ਤੇ ਜੇ ਵੱਧ ਨਹੀਂ ਹੈ ਤਾਂ ਜਿਹੜਾ ਵੀ ਇੱਕ ਜਾਂ ਦੋ ਧਾਰਮਿਕ ਸਥਾਨ ਨੇ ਉਹਨਾਂ ਦੀ ਵਿਸ਼ਾਲਤਾ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਕਮਿਊਨਿਟੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਜਾਂ ਉਹਨਾਂ ਨੂੰ ਲੋੜ ਹੈ ਤਾਂ ਉਹਨਾਂ ਦੀ ਉਹ ਜ਼ਰੂਰਤ ਜਿਹੜੀ ਹੈ ਪੂਰੀ ਹੋ ਸਕੇ। ਸੋ ਅਜਿਹਾ ਹੀ ਹੈਲੀਫੈਕਸ ਦੇ ਵਿੱਚ ਵੀ ਅਸੀਂ ਜ਼ਰੂਰਤ ਮਹਿਸੂਸ ਕੀਤੀ ਹੈ। ਹੈਲੀਫੈਕਸ ਗੁਰਦੁਆਰੇ ਦੀ ਇੱਥੇ ਗੱਲਬਾਤ ਕਰਨ ਜਾ ਰਹੇ ਹਾਂ। ਗੁਰਦੁਆਰਾ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਸਿੱਖ ਮੈਰੀਟਾਈਮ ਗੁਰਦੁਆਰਾ ਹੈ ਔਰ ਉਸ ਮੈਰੀਟਾਈਮ ਗੁਰਦੁਆਰੇ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿਉਂਕਿ ਕਮਿਊਨਿਟੀ ਵੱਧ ਰਹੀ ਹੈ ਤੇ ਉੱਥੇ ਜ਼ਰੂਰਤ ਮਹਿਸੂਸ ਹੋ ਰਹੀ ਸੀ ਵੀ ਉਹਨੂੰ ਵਿਸ਼ਾਲ ਕੀਤਾ ਜਾਏ, ਗੁਰਦੁਆਰਾ ਵੱਡਾ ਕੀਤਾ ਜਾਏ ਕਿਉਂਕਿ ਬਹੁਤ ਤਰ੍ਹਾਂ ਦੇ ਸਟੂਡੈਂਟਸ ਜਿਹੜੇ ਨੇ ਉੱਥੇ ਆ ਰਹੇ ਨੇ, ਕਮਿਊਨਿਟੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਲੋਕਾਂ ਦੀਆਂ ਜ਼ਰੂਰਤਾਂ ਵੀ ਵੱਧ ਰਹੀਆਂ ਨੇ। ਲੋਕ ਉੱਥੇ ਅਰਦਾਸ ਕਰਨ ਦੇ ਲਈ ਆਉਂਦੇ ਨੇ, ਮੱਥਾ ਟੇਕਣ ਦੇ ਲਈ ਆਉਂਦੇ ਨੇ, ਪਰ ਪਨਾਹ ਦੇ ਲਈ ਲੋਕਾਂ ਨੂੰ ਜਗ੍ਹਾ ਥੋੜ੍ਹੀ ਪੈ ਰਹੀ ਸੀ, ਜਿਸ ਕਰਕੇ ਹੈਲੀਫੈਕਸ ਗੁਰਦੁਆਰਾ ਕਮੇਟੀ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿ ਇਸ ਨੂੰ ਵੱਡਾ ਤੇ ਵਿਸ਼ਾਲ ਰੂਪ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਮਦਦ ਹੋ ਸਕੇ। ਸੋ ਇਹ ਵਿਸ਼ਾਲਤਾ ਤੇ ਇਹੀ ਰੂਪ ਜਿਹੜਾ ਉਹ ਦੇਣ ਦੀ ਕੋਸ਼ਿਸ਼ ਗੁਰਦੁਆਰਾ ਕਮੇਟੀ ਦੇ ਵੱਲੋਂ ਕੀਤੀ ਤਾਂ ਜਾ ਰਹੀ ਹੈ। ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ। ਇਸ ਸੰਬੰਧੀ ਉਹਨਾਂ ਦੇ ਨਾਲ ਅਸੀਂ ਮਾਰਨਿੰਗ ਸ਼ੋਅ ਦੇ ਵਿੱਚ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਜਿਹੜੀ ਇਹ ਜ਼ਰੂਰਤ ਹੈ ਉਹ ਮਹਿਸੂਸ ਕਿਉਂ ਹੋਈ ਤੇ ਕਿਉਂ ਕਮਿਊਨਿਟੀ ਦੀ ਮੰਗ ਆਖਿਰਕਾਰ ਹੈ ਕੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਗੁਰਦੁਆਰਾ ਕਮੇਟੀ ਤੋਂ ਜਿਹੜੇ ਪ੍ਰੈਜ਼ੀਡੈਂਟ ਵੀ ਨੇ ਤੇ ਮੈਂਬਰ ਵੀ ਨੇ, ਡਾਕਟਰ ਸਿਮਰਦੀਪ ਕੌਰ ਹੁੰਦਲ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਜੀ ਡਾਕਟਰ ਸਿਮਰਦੀਪ ਕੌਰ ਹੁੰਦਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਵੇਲੇ ਕੀ ਕਰਦੇ ਹੋ, ਗੁਰਦੁਆਰਾ ਕਮੇਟੀ ਦੇ ਵਿੱਚ ਤੁਹਾਡਾ ਆਪਣਾ ਰੋਲ ਕੀ ਹੈ? ਹਾਂਜੀ, ਮੈਂ ਪੇਸ਼ੇ ਤੋਂ ਮੈਂ ਜੀ ਡੈਂਟਿਸਟ ਹਾਂ, ਫੁੱਲ ਟਾਈਮ ਵਰਕਿੰਗ ਡੈਂਟਿਸਟ ਹਾਂ ਤੇ ਮੇਰੀ ਆਪਣੀ ਕੰਪਨੀ ਟ੍ਰਾਂਜ਼ਿਟ ਡੈਂਟਲ ਗਰੁੱਪ ਦੇ 4 ਕਲੀਨਿਕ ਨੇ ਜਿਨ੍ਹਾਂ ਨੂੰ ਮੈਂ ਮੈਨੇਜ ਵੀ ਕਰਦੀ ਹਾਂ ਤੇ ਮੈਂ ਇਸ ਟਾਈਮ ਤੇ ਮੈਰੀਟਾਈਮ ਸਿੱਖ ਸੁਸਾਇਟੀ ਗੁਰਦੁਆਰਾ ਦੀ ਮੁੱਖ ਸੇਵਾਦਾਰ ਵੀ ਹਾਂ। ਜੇ ਜ਼ਿੰਮੇਵਾਰੀ ਲੈਣ ਦੀ ਲੋੜ ਪੈ ਗਈ ਸੀ ਕਿਉਂਕਿ ਸਾਨੂੰ ਪਿਛਲੇ ਸਾਲ ਜਦੋਂ ਅਸੀਂ ਕੋਵਿਡ ਕਰਕੇ ਸਾਡੀ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਦੇ ਵਿੱਚ ਕਾਫੀ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਤੇ ਸਾਨੂੰ ਥੋੜਾ ਸਟਰੋਂਗ ਆਰਗੇਨਾਈਜੇਸ਼ਨਲ ਸਕਿੱਲਸ ਦੀ ਲੋੜ ਸੀ ਤੇ ਫਿਰ ਸਾਨੂੰ ਅਸੀਂ ਕੁਛ ਯੰਗ ਮੈਂਬਰਾਂ ਨੂੰ ਲਾ ਕੇ ਜਿਹੜੇ ਕਿ ਸਾਡੀ ਕਮੇਟੀ ਬਣਾਈਆਂ ਜਿਨ੍ਹਾਂ ਨੂੰ ਮੈਂ ਲੀਡ ਕਰਦੀ ਹਾਂ। ਜੀ, ਸੋ ਇਸ ਗੁਰਦੁਆਰਾ ਕਮੇਟੀ ਦੇ ਨਾਲ ਵੀ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ? ਆਫਟਰ ਆਲ ਤੁਸੀਂ ਪ੍ਰੈਜ਼ੀਡੈਂਟ ਹੋ, ਸੋ ਤੁਹਾਡਾ ਇਹਦੇ ਵਿੱਚ ਕੀ ਰੋਲ ਹੁੰਦਾ ਹੈ? ਜਿਹੜੇ ਪਿਛਲੇ ਵੈਸੇ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਵਿੱਚ ਮੈਂ ਕਾਫੀ ਵਾਰੀ ਵਲੰਟੀਅਰ ਜਾਂ ਜਿੱਦਾਂ ਮੈਂਬਰ ਐਟ ਲਾਰਜ ਦੇ ਤੌਰ ਤੇ ਕੰਮ ਕੀਤਾ, ਪਰ ਪਹਿਲੀ ਵਾਰੀ ਰਿਸਪੌਂਸੀਬਲ ਪੋਜੀਸ਼ਨ ਮੈਰੀਟਾਈਮ ਸਿੱਖ ਸੁਸਾਇਟੀ ਪ੍ਰੈਜ਼ੀਡੈਂਟ ਤੇ ਮੈਂ ਲਾਸਟ ਈਅਰ ਤੋਂ ਹਾਂ ਜੀ। ਹਾਂਜੀ, ਸੋ ਇਹ ਗੁਰਦੁਆਰਾ ਕਦੋਂ ਤੋਂ ਹੈਲੀਫੈਕਸ ਦੇ ਵਿੱਚ ਮੌਜੂਦ ਹੈ? ਜਿਹੜਾ ਮੈਰੀਟਾਈਮ ਸਿੱਖ ਸੁਸਾਇਟੀ ਹੈਗੀ ਹੈ, ਜਿੱਦਾਂ ਕਿ ਆਪਾਂ ਨੂੰ ਤੁਹਾਨੂੰ ਪਤਾ ਕੈਨੇਡੀਅਨ ਐਨਵਾਇਰਨਮੈਂਟ ਦੇ ਵਿੱਚ ਤੁਸੀਂ ਕੋਈ ਵੀ ਚੈਰੀਟੇਬਲ ਕਰਨੀ ਹੈ ਪਹਿਲਾਂ ਤੁਹਾਨੂੰ ਉਹਦੀ ਸੁਸਾਇਟੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਮੈਰੀਟਾਈਮ ਸਿੱਖ ਸੁਸਾਇਟੀ 1968 ਦੇ ਵਿੱਚ ਬਣੀ ਸੀ। ਜਿਹੜੇ ਸਾਡੇ ਸਭ ਤੋਂ ਪਹਿਲੇ ਸਿੱਖ ਆਏ ਸੀਗੇ ਨੋਵਾ ਸਕੋਸ਼ੀਆ ਦੇ ਵਿੱਚ ਸਰਦਾਰ ਗਜਿੰਦਰ ਸਿੰਘ ਚੌਧਰੀ, ਉਹ 1959 ਦੇ ਵਿੱਚ ਆਏ ਸੀ ਤੇ 1968 ਤੱਕ ਥੋੜੇ ਸਾਡੀ ਸੰਗਤ ਜਿਹੜੀ ਹੈ 20-25 ਫੈਮਿਲੀ ਹੋ ਗਈਆਂ। ਉਹਨਾਂ ਨੂੰ ਲੱਗਾ ਕਿ ਸਾਡੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀ ਰੱਖਣ ਲਈ ਸਾਨੂੰ ਆਪਣੇ ਗੁਰਦੁਆਰਾ ਸਾਹਿਬ ਦੀ ਲੋੜ ਹੈ ਤੇ ਉਹਨਾਂ ਨੇ ਇਹ ਰਜਿਸਟਰ ਕੀਤੀ। ਪਰ ਉਸ ਤੋਂ ਬਾਅਦ ਕਿਉਂਕਿ ਫੈਮਲੀਆਂ ਸਿਰਫ 20-25 ਸੀਗੀਆਂ ਤੇ ਉਹਨਾਂ ਨੂੰ ਆਪਣੇ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਸੀ ਗੁਰਦੁਆਰਾ ਸਾਹਿਬ ਨੂੰ ਬਣਾਉਣ ਲਈ ਤੇ ਉਸ ਆਪਣੇ ਜਿਹੜੇ ਬਹੁਤੇ ਜਿਹੜੇ ਪ੍ਰੋਗਰਾਮ ਨੇ ਕੋਈ ਕਿਰਾਏ ਤੇ ਲੈ ਕੇ ਹਾਲ ਤਾਂ ਉੱਥੇ ਕਰਦੇ ਸੀ ਜਾਂ ਕਿਸੇ ਦੇ ਘਰ ਕਰਦੇ ਸੀ, ਜਿਹਦਾ ਵਿਸਾਖੀ ਜਾਂ ਉਹਨਾਂ ਨੇ ਸੈਲੀਬ੍ਰੇਟ ਕਰਨੀ ਹੈ ਜਾਂ ਆਪਣਾ ਕੋਈ ਗੁਰਪੁਰਬ ਸੈਲੀਬ੍ਰੇਟ ਕਰਨਾ ਤੇ ਜਾਂ ਵੀਕਐਂਡ ਦੇ ਉੱਤੇ ਕੀਰਤਨ ਆਪਣੇ ਇੱਕ ਦੂਸਰੇ ਦੇ ਘਰ ਜਾ ਕੇ ਕਰਦੇ ਸੀ। ਤੇ 1978 ਦੇ ਵਿੱਚ ਉਹ ਥੋੜੇ ਬਹੁਤ ਫਾਈਨੈਂਸ਼ੀਅਲ ਉਹਨਾਂ ਦੇ ਆਪਣੇ ਪੈਸੇ ਇਕੱਠੇ ਕਰਕੇ ਉਹ ਆਪਣਾ ਜ਼ਮੀਨ ਖਰੀਦੀ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ। ਜਿਹੜੀ ਕਰੰਟ ਬਿਲਡਿੰਗ ਸੀਗੀ ਜਿਹੜੀ ਸਾਡੀ ਐਗਜ਼ਿਸਟਿੰਗ ਉਹ 1978 ਤੋਂ ਲੈ ਕੇ ਹੁਣ ਤੱਕ ਹੈ। ਉਹਨੂੰ 1995 ਵਿੱਚ ਸਾਡੀਆਂ ਜਿਹੜੀਆਂ ਫੈਮਲੀਜ਼ ਨੇ 20-25 ਤੋਂ ਲੈ ਕੇ 60-70 ਹੋ ਗਈਆਂ ਤਾਂ ਉਹਨਾਂ ਨੇ ਫਿਰ ਉਹਨੂੰ ਥੋੜਾ ਰੈਨੋਵੇਟ ਕੀਤਾ, 2-3 ਹੋਰ ਕਮਰੇ ਜਾਂ ਥੋੜ੍ਹੀਆਂ ਜਿਹੀਆਂ ਐਮਿਨਿਟੀਜ਼ ਨੇ ਜਿੱਦਾਂ ਵਾਸ਼ਰੂਮ ਜਾਂ ਕਿਚਨ ਨੂੰ ਥੋੜਾ ਵੱਡਾ ਕੀਤਾ ਤੇ ਉਹ ਉਸ ਤੋਂ ਲੈ ਕੇ ਹੁਣ ਤੱਕ ਉਹੀ ਚੱਲੀ ਆ ਰਹੀ ਸੀ ਬਿਲਡਿੰਗ ਸਾਡੀ। ਤੇ ਪਿਛਲੇ 7-8 ਸਾਲ ਤੋਂ ਜਿੱਦਾਂ ਮੈਂ ਉੱਥੇ 2008 ਦੇ ਵਿੱਚ ਮੂਵ ਹੋਈ ਹਾਂ। ਉਸ ਤੋਂ ਬਾਅਦ ਓਬਵੀਅਸਲੀ ਜਦੋਂ ਅਸੀਂ ਕੋਈ ਵੀ ਸਿੱਖਿਆ ਕਿਤੇ ਜਾਂਦੇ ਨੇ ਸਭ ਤੋਂ ਪਹਿਲਾਂ ਅਸੀਂ ਆਪਾਂ ਗੁਰਦੁਆਰਾ ਸਾਹਿਬ ਲੱਭਦੇ ਹਾਂ। ਬਿਲਕੁਲ ਧਾਰਮਿਕ ਸਥਾਨ ਲੱਭਦੇ ਹਾਂ। ਉਹਦੇ ਨਾਲ ਤੁਹਾਨੂੰ ਹਾਂਜੀ ਆਪਣੀ ਕਮਿਊਨਿਟੀ ਨਾਲ ਮਿਲਣ ਦਾ ਮੌਕਾ ਸਿਰ ਮਿਲਦਾ, ਤੁਸੀਂ ਤੁਹਾਨੂੰ ਪਰਮਾਤਮਾ ਦੀ ਵਾਹਿਗੁਰੂ ਦੀ ਓਟ ਆਸਰਾ ਵੀ ਸਭ ਨੂੰ ਜ਼ਰੂਰਤ ਹੁੰਦੀ ਹੈ
ਤੇ ਉਸ ਤੋਂ ਅਸੀਂ 2008 ਤੋਂ ਜਦੋਂ ਤੇ ਅਸੀਂ ਉੱਥੇ ਮੂਵ ਕੀਤੇ 2008 ਦੇ ਵਿੱਚ ਅਸੀਂ ਕੈਨੇਡਾ ਆਏ ਸੀ। 2009 ਤੋਂ ਅਸੀਂ ਹੈਲੀਫੈਕਸ ਨੋਵਾ ਸਕੋਸ਼ੀਆ ਚ ਰਹਿ ਰਹੇ ਹਾਂ ਤੇ ਉਦੋਂ ਤੋਂ ਜਦੋਂ ਮੈਂ ਡਲਹੌਜ਼ੀ ਯੂਨੀਵਰਸਿਟੀ 'ਚ ਐਡਮਿਸ਼ਨ ਹੋਈ ਮੇਰੀ ਆਪਣੀ ਜਿਹੜੀ ਡੈਂਟਿਸਟਰੀ ਦਾ ਸਟੱਡੀ ਗਾਂ DDS ਕੰਪਲੀਟ ਕਰਨ ਲਈ, ਉਸ ਤੋਂ ਲੈ ਕੇ ਅਸੀਂ ਉੱਥੇ ਹੀ ਰਹੇ ਹਾਂ ਤੇ ਮੈਰੀਟਮ ਸਿੱਖ ਸੋਸਾਇਟੀ ਦੇ ਨਾਲ ਐਜ਼ ਅ ਮੈਂਬਰ ਜੁੜੇ ਰਹੇ ਹਾਂ। ਤੇ ਪਰ ਹੁਣ ਪਹਿਲੀ ਵਾਰੀ ਸਾਨੂੰ ਇਸ ਰਿਸਪੌਂਸਿਬਲ ਪੋਜੀਸ਼ਨ 'ਚ ਕੰਮ ਕਰਨ ਦਾ ਮੌਕਾ ਮਿਲਿਆ। ਤੇ ਜਿਹੜੀ ਸਾਡੀ ਕਮਿਊਨਿਟੀ ਹੈ, ਜਦੋਂ ਮੈਂ ਆਏ ਸੀ ਅਸੀਂ 2009-08 ਦੇ ਵਿੱਚ ਸਿਰਫ 100 ਫੈਮਲੀਆਂ ਸੀਗੀਆਂ ਲੈ ਦੇ ਕੇ ਸਾਰੀਆਂ ਜਿੰਨੀਆਂ ਪੂਰੇ ਨੋਵਾ ਸਕੋਸ਼ੀਆ 'ਚ ਮੈਂ ਕਹੂੰਗੀ। ਤੇ ਪਰ ਪਿਛਲੇ 2013-14 ਤੋਂ ਬਾਅਦ ਸਡਨਲੀ ਕਾਫੀ ਇਨਫਲਕਸ ਹੋ ਗਿਆ ਜਿਹੜੇ ਸਾਡੇ ਸਿੱਖ ਇਮੀਗ੍ਰੈਂਟਸ ਨੇ ਸਾਡੇ ਇੱਥੇ। ਸਡਨਲੀ ਜਿੱਦਾਂ PNP ਪ੍ਰੋਗਰਾਮ ਖੁੱਲਿਆ ਤੇ ਕਾਫੀ ਜ਼ਿਆਦਾ ਇਮੀਗ੍ਰੈਂਟਸ ਆਏ ਨੇ। ਤਾਂ ਤੁਹਾਨੂੰ ਹਾਸੇ ਵਾਲੀ ਗੱਲ ਤੁਹਾਨੂੰ ਮੈਂ ਦੱਸਦੀ ਹਾਂ, ਹਾਸੇ ਵਾਲੀ ਸਾਡੀ ਜਿਹੜੀਆਂ ਲੇਡੀਜ਼ ਨੇ ਗੁਰਦੁਆਰੇ 'ਚੋਂ ਕਹਿੰਦੀਆਂ ਕਿ ਅਸੀਂ ਬੜੇ ਸਾਲ 60-70 ਪ੍ਰਸ਼ਾਦੇ ਬਣਾਉਂਦੀਆਂ ਸੀ, ਫਿਰ ਸਡਨਲੀ ਸਾਨੂੰ 100 ਤੇ ਫਿਰ 150 ਹੋ ਗਏ ਤੇ ਫਿਰ ਉਹਨਾਂ ਕਹਿੰਦੇ ਵੀ ਹੁਣ ਸਾਨੂੰ 300 ਪ੍ਰਸ਼ਾਦੇ ਵੀ ਘਟ ਗਏ। ਉਹ ਇਦਾਂ ਚੈੱਕ ਕਰਦੀਆਂ ਵੀ ਸਾਡੀ ਕਿੱਦਾਂ, ਕਿਉਂਕਿ ਸਾਰੀ ਹੱਥ, ਕਿਉਂਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦਾ ਜਿਹੜਾ ਸਾਰੇ ਟੇਕ ਕੇਅਰ ਦਾ ਕੰਮ ਹੈ ਵਲੰਟੀਅਰ ਕਰਦੇ ਨੇ, ਕਿਉਂਕਿ ਸਾਡੀ ਕਮਿਊਨਿਟੀ ਛੋਟੀ ਹੈ, ਸਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਸ ਨਹੀਂ ਹੈਗੇ ਕਿਸੇ ਨੂੰ ਹਾਇਰ ਕਰੀਏ ਤੇ ਕਦੇ ਵੀ ਕੋਈ ਹਾਇਰਡ ਸੇਵਾਦਾਰ ਜਾਂ ਕੀਰਤਨੀਆ ਨਹੀਂ ਰਿਹਾ। ਮਹਾਰਾਜ ਦਾ ਪ੍ਰਕਾਸ਼ ਵੀ ਸਾਰੀ ਸੰਗਤ ਆਪ ਕਰਦੀ ਹੈ, ਸਵੇਰੇ ਉੱਠ ਕੇ ਰਾਤ ਨੂੰ ਸੁਖਾਸਨ ਵੀ ਆਪ ਕਰਦੀ ਹੈ, ਕੀਰਤਨ ਵੀ ਆਪ ਕਰਦੇ ਨੇ, ਪਾਠ ਵੀ ਆਪ, ਸਾਰਾ ਟੇਕ ਕੇਅਰ ਕਲੀਨਿੰਗ ਕਿਚਨ ਦਾ ਕੰਮ ਸਾਰਾ ਆਪ ਕਰਦੇ ਨੇ। ਸੋ ਮੈਂ ਕਹਿ ਰਹੀ ਹਾਂ ਕਿ ਉਹ ਚੈੱਕ ਕਰਦੀਆਂ ਲੇਡੀਜ਼ ਨੇ, ਕਿਉਂਕਿ ਕਿਸੇ ਨਾ ਕਿਸੇ ਦੀ ਜ਼ਿੰਮੇਵਾਰੀ ਲੱਗੀ ਹੁੰਦੀ ਹੈ। ਵੀਕਐਂਡ ਤੇ ਖੁੱਲਾ ਹੁੰਦਾ ਸੀ ਗੁਰਦੁਆਰਾ ਸਿਰਫ, ਕਿ ਜਾ ਕੇ ਉਹਨਾਂ ਨੇ ਸਟਾਰਟ ਕਰਨਾ ਵਾ ਕਿਚਨ ਸਵੇਰ ਲਈ ਲੰਗਰ ਬਣਾਉਣਾ, ਤੇ ਉਹਨਾਂ ਨੇ ਇਸ ਚੀਜ਼ ਦਾ ਹਿਸਾਬ ਰੱਖਿਆ ਵੀ ਹੁਣ ਸਾਨੂੰ 800 ਪ੍ਰਸ਼ਾਦੇ ਵੀ ਥੋੜੇ ਪੈ ਜਾਂਦੇ ਨੇ, ਸਾਡੀ ਕਮਿਊਨਿਟੀ ਵੱਧ ਗਈ ਹੈ। ਤੇ ਸਾਡੇ ਹੁਣ ਇਮੀਗ੍ਰੇਟ ਜਿਹੜੀਆਂ ਫੈਮਲੀਜ਼ ਨੇ, ਜੇ ਮੈਂ ਗੈਸ ਹੀ ਕਰ ਰਹੀ ਹਾਂ, ਕੋਈ ਸੈਂਸਸ ਰਿਪੋਰਟ ਤੇ ਸਾਡੇ ਕੋਲੇ ਹੈਗੀ ਨਹੀਂ ਕਿੰਨੇ ਸਿੱਖ ਇਮੀਗ੍ਰੈਂਟਸ ਨੇ, ਪਰ ਮੇਰਾ ਖਿਆਲ ਹੈ ਕਿ ਹੁਣ ਸਾਡੇ ਨੋਵਾ ਸਕੋਸ਼ੀਆ 'ਚ 1000 ਫੈਮਲੀਜ਼ ਹੋ ਗਈਆਂ। 1000 ਫੈਮਲੀਜ਼ ਹੋ ਗਈਆਂ। ਇਹ ਕਾਫੀ ਸਾਡੇ ਲਈ ਬਹੁਤ ਵੱਡੀ, ਬਿਲਕੁਲ ਜਦੋਂ ਤੁਸੀਂ ਉੱਥੇ ਸੀ ਉਦੋਂ 100 ਫੈਮਲੀ ਤੇ ਹੁਣ 1000 ਹੋ ਗਏ 10 ਸਾਲ ਦੇ ਵਿੱਚ। ਤੇ ਇਹ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ, ਅਸੀਂ ਕਾਫੀ ਐਕਸਾਈਟਡ ਹਾਂ ਇਸੇ ਬਾਰੇ। ਪਰ ਇਹਦੇ ਨਾਲ ਸਾਡੇ ਇਹ ਵੀ ਹੈ ਗੁਰਦੁਆਰਾ ਸਾਹਿਬ ਬਣਿਆ ਸੀ 20-25 ਫੈਮਲੀਆਂ ਲਈ, ਤੇ ਉਹ ਸਾਡੇ ਲਈ ਬਹੁਤ ਛੋਟਾ ਹੋ ਗਿਆ ਹੁਣ। ਤੇ 1000 ਫੈਮਲੀਆਂ ਜੇ ਇਮੀਗ੍ਰੈਂਟ ਨੇ ਸਾਡੇ ਕੋਲੇ ਆਲਮੋਸਟ 2,500-3 ਹਜ਼ਾਰ ਸਟੂਡੈਂਟ ਨੇ ਜਿਹੜੇ ਸਿੱਖ ਸਟੂਡੈਂਟ ਨੇ, ਜਿਹੜੇ ਨੋਵਾ ਸਕੋਸ਼ੀਆ ਦੇ ਤੁਹਾਨੂੰ ਪਤਾ ਬਹੁਤ ਜ਼ਿਆਦਾ ਯੂਨੀਵਰਸਿਟੀਜ਼ ਨੇ। ਇਵਨ ਹੈਲੀਫੈਕਸ HRM ਏਰੀਆ ਵਿੱਚ ਵੀ 3-4 ਯੂਨੀਵਰਸਿਟੀਜ਼ ਨੇ ਜਿੱਥੇ ਬੱਚੇ ਆਉਂਦੇ ਨੇ ਬਾਹਰੋਂ, ਇੰਟਰਨੈਸ਼ਨਲ ਸਟੂਡੈਂਟਸ। ਔਰ ਐਂਟੀਕ ਯੂਨੀਵਰਸਿਟੀ ਹੋਰ ਵੀ ਕਾਫੀ ਸਾਰੇ ਯੂਨੀਵਰਸਿਟੀਆਂ, ਸਿਡਨੀ ਦੇ ਵਿੱਚ ਜਿਹੜੀ ਨੋਵਾ ਸਕੋਸ਼ੀਆ ਦੇ ਵਿੱਚ ਹੀ ਹੈ, ਸਿਡਨੀ ਉੱਥੇ ਵੀ ਯੂਨੀਵਰਸਿਟੀ ਹੈ, ਕੇਪ ਬ੍ਰਿਟਨ ਯੂਨੀਵਰਸਿਟੀ ਹੈ। ਉਹ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਕਾਫੀ 2,500-3 ਹਜ਼ਾਰ ਘੱਟੋ ਘੱਟ ਸਟੂਡੈਂਟ ਨੇ ਜਿਹੜੇ ਕਈ ਵਾਰੀ 400 ਕਿਲੋਮੀਟਰ ਤੋਂ ਡਰਾਈਵ ਕਰਕੇ ਸਿਰਫ ਗੁਰਦੁਆਰਾ ਸਾਹਿਬ ਆਉਂਦੇ ਨੇ। ਹੁਣ ਕਿਉਂਕਿ ਸਾਡਾ ਗੁਰਦੁਆਰਾ ਸਾਹਿਬ ਬੰਦ ਪਿਆ, ਮੈਂ ਕਈ ਵਾਰੀ ਉੱਥੇ, ਕਈ ਵਾਰੀ ਮੈਂ ਕੋਈ ਕੰਮ ਕਰ ਰਹੀ ਹੁੰਦੀ ਹਾਂ ਜਾਂ ਉੱਥੇ ਘੁੰਮ ਕੁਛ ਦੇਖ ਰਹੇ ਹੁੰਦੇ ਆ ਕੰਸਟਰਕਸ਼ਨ ਦਾ ਕੰਮ, ਤੇ ਕਈ ਵਾਰੀ ਮੈਂ ਵੇਖਦੀ ਹਾਂ ਕਿ ਬਾਹਰੋਂ ਗੱਡੀਆਂ ਆ ਜਾਂਦੀਆਂ ਤਾਂ ਵਿਚਾਰੇ ਘੁੰਮ ਕੇ ਦੇਖਦੇ ਨੇ ਵੀ ਕਿੱਥੋਂ ਅੰਦਰ ਜਾਣਾ ਗੁਰਦੁਆਰਾ ਸਾਹਿਬ ਤੇ ਅਸੀਂ ਮੱਥਾ ਕਿੱਥੇ ਟੇਕ ਸਕਦੇ ਹਾਂ। ਸੋ ਇਹ ਸਾਨੂੰ ਸਾਡੀ ਕਮਿਊਨਿਟੀ ਦੀ ਇਸ ਟਾਈਮ ਤੇ ਇਸ ਸਿਚੁਏਸ਼ਨ ਦੇ ਵਿੱਚ ਲੰਘਣ ਰਹੇ ਜੀ। ਸੋ ਕਦੋਂ ਤੋਂ ਕਮਿਊਨਿਟੀ ਦੀ ਇਹ ਮੰਗ ਤੁਹਾਨੂੰ ਮਹਿਸੂਸ ਹੋਈ ਵੀ ਲੋਕ ਚਾਹੁੰਦੇ ਨੇ ਕਿ ਵਿਸ਼ਾਲ ਕੀਤਾ ਜਾਏ, ਗੁਰਦੁਆਰੇ ਦਾ ਘੇਰਾ ਵੱਡਾ ਕੀਤਾ ਜਾਏ? ਇਹ ਮੰਗ ਕਦੋਂ ਤੋਂ ਸ਼ੁਰੂ ਹੋਈ? ਕੀ ਕੋਵਿਡ ਦੇ ਦੌਰਾਨ ਹੀ ਇਹ ਮੰਗ ਨੂੰ ਤੁਸੀਂ ਵਧਦੇ ਹੋਏ ਦੇਖਿਆ ਜਾਂ ਉਸ ਤੋਂ ਪਹਿਲਾਂ ਹੀ ਲੋਕ ਡਿਮਾਂਡ ਕਰ ਰਹੇ ਸੀ? ਨਹੀਂ ਜੀ, ਇਹਦੇ ਤੇ ਸਾਨੂੰ 10 ਸਾਲ ਤੋਂ ਇਸ ਬਾਰੇ ਸੋਚ ਰਹੇ ਆ ਸਾਰੇ ਜਣੇ, ਕਿਉਂਕਿ ਜਦੋਂ ਕਮਿਊਨਿਟੀ ਦੀ 70 ਤੋਂ ਸਾਡਾ ਗੁਰਦੁਆਰਾ ਸਾਹਿਬ ਦੀ ਕੈਪੈਸਿਟੀ 70-80 ਬੰਦਿਆਂ ਦੀ ਹੈ ਨਾ, ਜਦੋਂ ਤੁਹਾਡੀ ਕਮਿਊਨਿਟੀ 150 ਹੋ ਜਾਂਦੀ ਤਾਂ ਲੱਗਦਾ ਕਿ ਕਾਫੀ ਰਸ਼ ਪੈ ਗਿਆ ਉੱਤੇ। ਤੇ ਇਸ ਕਰਕੇ 10 ਸਾਲ ਤੋਂ ਸਭ ਨੂੰ ਪਤਾ ਸੀ, ਦੇਖ ਰਹੇ ਸੀ ਸਾਰੇ ਜਣੇ ਜਿਹੜੇ ਸਾਡੇ ਸੀਨੀਅਰ ਬਜ਼ੁਰਗ ਨੇ ਕਿ ਇਹ ਜਿਹੜੀ ਸਾਨੂੰ ਗੁਰਦੁਆਰਾ ਸਾਹਿਬ ਨੂੰ ਵੱਡਾ ਕਰਨਾ ਪਏਗਾ। ਪਰ ਇਹ ਜਿਹੜੀ ਅੱਜ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਫੰਡ ਰੇਜ਼ਿੰਗ ਦਾ, ਘੁੰਮ ਕੇ ਹੱਥਾਂ ਦੇ ਕਮਿਊਨਿਟੀ, ਇਹ ਥੋੜਾ ਜਿਹਾ ਡਿਫਿਕਲਟ ਕੰਮ ਹੈ ਨਾ। ਜਿਹੜੇ ਪ੍ਰੋਫੈਸ਼ਨਲ ਵਰਕਿੰਗ ਬੰਦੇ ਨੇ ਉਹਨਾਂ ਨੂੰ ਥੋੜਾ ਕਾਫੀ ਲੋਕ ਹੈਜ਼ੀਟੈਂਟ ਵੀ ਹੁੰਦੇ ਨੇ, ਤੇ ਇਸ ਕਰਕੇ ਸਾਰੇ ਹੈਜ਼ੀਟੈਂਟ ਸੀਗੇ ਕਿ ਇੰਨੇ ਫੰਡਸ ਕਿੱਥੋਂ ਆਉਣਗੇ। ਉਹ ਕਹਿੰਦੇ ਹੁਣ ਥੋੜਾ ਜਿਹਾ ਹੋਰ ਵੱਡਾ ਕਰ ਲੋਗੇ, ਫਿਰ 4 ਸਾਲਾਂ ਬਾਅਦ ਫਿਰ ਵੱਡਾ ਕਰਨ ਦੀ ਲੋੜ ਪਏਗੀ। ਜੇ ਵੱਡਾ ਕਰਨਾ ਤਾਂ ਚੰਗੀ ਤਰ੍ਹਾਂ ਕਰੋ ਤਾਂ ਜੇ 50 ਸਾਲ ਨਿਕਲ ਜਾਣ ਅਗਲੇ, ਤੇ ਇਸ ਕਰਕੇ ਉਹਦੇ ਲਈ ਫੰਡਸ ਦੀ ਲੋੜ ਹੈ ਕਾਫੀ ਜ਼ਿਆਦਾ, ਹੈ ਨਾ। ਤੇ ਇਸ ਕਰਕੇ ਥੋੜੇ ਹੈਜ਼ੀਟੈਂਟ ਸੀਗੇ। ਫਿਰ ਅਸੀਂ ਕਾਫੀ ਸਾਰੀਆਂ ਐਕਟੀਵਿਟੀਜ਼ ਕੀਤੀਆਂ, ਜਿੱਦਾਂ ਅਸੀਂ ਵਿਸਾਖੀ ਤੇ ਕਲਚਰ ਪ੍ਰੋਗਰਾਮ ਕਰਾ ਕੇ ਟਿਕਟਾਂ ਵੰਡ ਕੇ ਫੰਡ ਰੇਜ਼ ਕੀਤੇ, ਤੇ ਇਦਾਂ ਦੇ ਕਾਫੀ ਐਕਟੀਵਿਟੀਜ਼ ਅਸੀਂ ਫੰਡ ਰੇਜ਼ਿੰਗ ਕਰਤੇ। ਕਾਫੀ ਸਾਰੀਆਂ ਲੇਡੀਜ਼ ਨੇ ਜਿਹੜੀਆਂ ਕੁਕਿੰਗ ਕਰਕੇ ਤੇ ਲੋਕਾਂ ਨੂੰ ਉਦਾਂ ਦੇ ਟਿਕਟ ਲਗਾ ਕੇ ਉਹਦੇ ਤੇ ਫੰਡ ਰੇਜ਼ਿੰਗ ਕਰਦੀਆਂ ਸੀਗੀਆਂ ਗੁਰਦੁਆਰੇ ਲਈ। ਤੇ ਪਰ ਅਸੀਂ ਇੰਨੇ ਸਾਲਾਂ ਦੇ ਵਿੱਚ ਸਿਰਫ $2 ਲੱਖ ਇਕੱਠੇ ਕਰ ਸਕੇ ਆਪਣੇ ਲੋਕਲ ਕਮਿਊਨਿਟੀ ਤੋਂ, ਜਿਹੜੀ ਫੰਡ ਰੇਜ਼ਿੰਗ ਐਕਟੀਵਿਟੀਜ਼ ਦੇ ਨਾਲ। ਪਰ ਉਹਦੇ ਚ ਇਹ ਹੈ ਵੀ ਸਾਡਾ ਜਿਹੜੇ ਸਾਡੀ ਕਾਫੀ ਜ਼ਿਆਦਾ ਮੀਟਿੰਗਸ ਵੀ ਹੋਈਆਂ, ਡਿਸਕਸ ਕਰ ਲਈ। ਤੁਹਾਨੂੰ ਪਤਾ ਆਪਣੀ ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ ਜਿਹੜੀ ਹੈ ਥੋੜੀ ਜੀ ਉਹ ਕਾਫੀ ਸਾਰੇ ਲੀਡਰ ਨੇ, ਪ੍ਰਧਾਨ, ਥੋੜੀ ਉਹ ਵੀ ਪ੍ਰੋਬਲਮ ਹੋ ਜਾਂਦੀ ਹੈ ਕਿ ਕੋਈ ਕਿਸੇ ਦੀ ਐਗਰੀਮੈਂਟ ਨਹੀਂ ਬਣੀ, ਕਿ ਕਿਉਂਕਿ ਸਾਡਾ ਜਿਹੜਾ ਲਾਟ ਸੀਗਾ ਉਹਦੇ ਵਿੱਚ ਕਈ ਜਿਹੜੇ ਨਵੇਂ ਬੱਚੇ ਕਹਿ ਰਹੇ ਸੀਗੇ ਕਿ ਤੁਸੀਂ ਪਿੱਛੇ ਨਵਾਂ ਗੁਰਦੁਆਰਾ ਬਣਾਓ, ਇਹਨੂੰ ਡਿਮੋਲਿਸ਼ ਕਰ ਦਿਓ। ਜਿਹੜੇ ਪੁਰਾਣੀ ਜਿਨ੍ਹਾਂ ਨੇ ਇੱਟ ਲਗਾ ਕੇ ਬਣਾਇਆ ਸੀ ਗੁਰਦੁਆਰਾ, ਉਹ ਕਹਿੰਦੇ ਅਸੀਂ ਰੱਖਣਾ ਵਾ। ਸੋ ਸਾਨੂੰ ਕਾਫੀ ਜ਼ਿਆਦਾ ਇਦਾਂ ਦੀਆਂ ਵੀ ਇਸ਼ੂ ਆਈਆਂ ਕਿ ਸਾਨੂੰ ਅਸੀਂ ਇੱਕ ਕੰਸੈਂਸਸ ਨਹੀਂ ਬਣਿਆ ਕਿ ਗੁਰਦੁਆਰਾ ਦੀ ਸਟਰਕਚਰ ਕੀ ਹੋਣੀ ਚਾਹੀਦੀ ਹੈ। ਪਰ ਅਲਟੀਮੇਟਲੀ ਸਾਡੀ ਜਿਹੜੀ ਹੈਲੀਫੈਕਸ ਰੀਜਨਲ ਮਿਊਨਿਸਪੈਲਿਟੀ ਨੇ, ਉਹਨਾਂ ਨੇ ਸਾਡੀ ਜੌਬ ਸੌਖੀ ਕਰਤੀ। ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਬਿਲਡਿੰਗ, ਇੱਕ ਸਲੋਟ ਤੇ 2 ਗੁਰਦੁਆਰੇ ਨਹੀਂ ਬਣ ਸਕਦੇ, ਇੱਕੋ ਬਿਲਡਿੰਗ ਬਣੇਗੀ, ਤੇ ਉਹਨੂੰ ਹੀ ਵੱਡਾ ਕਰ ਲਓ ਜਾਂ ਇਹਨੂੰ ਢਾਹ ਕੇ ਨਵੀਂ ਬਣਾ ਲਓ। ਉਹ ਫਿਰ ਸਾਨੂੰ ਸੋਚਿਆ
ਸੋਚਿਆ ਕਿ ਇਹਨੂੰ ਹੀ ਵੱਡਾ ਕਰ ਲਿਆ ਜਾਏ, ਕਿਉਂਕਿ ਪੁਰਾਣੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸਟਾਰਟ ਕੀਤਾ ਉਹਨਾਂ ਦੀ ਇਮੋਸ਼ਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਨਾ। ਅਸੀਂ ਸੋਚਿਆ ਕਿ ਇਹਨੂੰ ਵੱਡਾ ਕਰ ਲਿਆ ਜਾਏ, ਇਹਦੇ ਨਾਲ ਅਟੈਚ ਕਰਕੇ ਤੇ ਉਹਨੂੰ ਐਕਸਪੈਂਡ ਕੀਤਾ ਜਾਏ। ਤੇ ਡਿਮਾਂਡ ਤੇ ਕਾਫੀ ਦੇਰ ਤੋਂ ਹੋ ਰਹੀ ਸੀ, ਪਰ ਅਸੀਂ 2019 ਦੇ ਵਿੱਚ ਸਾਡੇ ਇੱਕ ਸਰਦਾਰ ਪਿਆਰਾ ਸਿੰਘ ਨੇ ਜਦੋਂ 1978 ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਪਹਿਲੋਂ, ਉਹ ਕਾਫੀ ਸਾਨੂੰ ਕਹਾਣੀ ਸੁਣਾਉਂਦੇ ਹੁੰਦੇ ਨੇ ਕਿ ਸਾਡੇ ਕੋਲੇ ਫੰਡਸ ਇੰਨੇ ਸੀ ਤੇ ਸਾਨੂੰ ਪਤਾ ਨਹੀਂ ਸੀ ਲੱਗਣ ਦਾ ਅਸੀਂ ਬਣਾ ਸਕਾਂਗੇ ਕਿ ਨਹੀਂ। ਤੇ ਇੱਕ ਵਾਰੀ ਤੇ ਇਦਾਂ ਵੀ ਹੋ ਗਿਆ ਸੀ ਕਿ ਸਭ ਨੇ ਕਿਹਾ ਕਿ ਇਹ ਜ਼ਮੀਨ ਵੇਚ ਦਿਓ ਤੇ ਫੰਡ ਸਾਰੇ ਅਕਾਲ ਤਖਤ ਨੂੰ ਭੇਜ ਦਿਓ, ਕਿਉਂਕਿ ਅਸੀਂ ਬਣਨਾ ਨਹੀਂ ਸਾਡੇ ਤੋਂ। ਉਹਨਾਂ ਨੇ ਉਦੋਂ ਵੀ ਧੱਕਾ ਲਗਾ ਕੇ ਗੁਰਦੁਆਰਾ ਬਣਾਇਆ। ਉਹਨਾਂ ਨੇ 1995 ਦੇ ਵਿੱਚ ਵੀ ਐਕਸਪੈਂਸ਼ਨ ਵੀ ਉਹਨਾਂ ਨੇ ਕੀਤੀ, ਕਿਉਂਕਿ ਕਈ ਬੰਦੇ ਹੁੰਦੇ ਜਿਨ੍ਹਾਂ ਨੂੰ ਇਨੀਸ਼ੀਏਟਿਵ ਲੈ ਸਕਦੇ ਨੇ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਵੀ। ਤੇ ਉਹਨਾਂ ਨੇ ਵੀ ਹੁਣ 2019 ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟਸ਼ਿਪ ਲਈ ਤੇ ਕਹਿੰਦੇ ਵੀ ਮੈਂ ਬਣਾਉਣਾ ਸ਼ੁਰੂ ਕਰ ਦਿੰਦਾ। ਉਹਨਾਂ ਨੇ ਫਿਰ ਸਟਾਰਟ ਕਰਤਾ ਗੁਰਦੁਆਰਾ ਸਾਹਿਬ ਦੀ ਐਕਸਪੈਂਸ਼ਨ ਸਟਾਰਟ ਕਰਤੀ। ਉਹਨਾਂ ਨੇ ਆਪਣਾ ਸਾਰੇ ਬੰਦੇ ਹਾਇਰ ਕਰਕੇ ਕੰਟਰੈਕਟਰਸ ਵਗੈਰਾ ਤੇ ਉਹਨਾਂ ਨੇ ਡਿਗਿੰਗ ਕਰਕੇ ਜੋ ਵੀ ਉਹਨਾਂ ਨੇ ਪ੍ਰੋਸੈਸ ਸਟਾਰਟ ਕਰਤਾ, ਇੰਜੀਨੀਅਰਸ ਨੂੰ ਹਾਇਰ ਕੀਤਾ। ਤੇ 2020 ਦੇ ਵਿੱਚ ਜਦੋਂ ਕੋਵਿਡ ਆਇਆ ਸਾਨੂੰ ਇਹ ਸੀਗਾ ਕਿ ਬੈਂਕ ਤੋਂ ਥੋੜਾ ਲੋਨ ਮਿਲ ਜਾਏਗਾ, ਉਹਦੇ ਨਾਲ ਸਾਨੂੰ ਥੋੜਾ ਪ੍ਰੋਗਰੈਸ ਕਰ ਲਵਾਂਗੇ ਤੇ ਨਾਲੇ ਜਿਹੜਾ ਅਸੀਂ ਕਮਿਊਨਿਟੀ ਕੋਲ ਰੀਚ ਆਊਟ ਕਰਾਂਗੇ ਪਰਸਨਲੀ। ਪਰ ਜਿਹੜਾ ਕੋਵਿਡ ਕਰਕੇ ਸਭ ਕੁਝ ਸ਼ਟ ਡਾਊਨ ਹੋ ਗਿਆ, ਉਹ ਵੀ ਸਾਡੀ ਬੰਦ ਹੋ ਗਈ। ਤੇ ਪਰ ਬੈਂਕਾਂ ਨੂੰ ਵੀ ਲੱਗਾ ਕਿ ਤੁਹਾਡੀ ਇੰਨੀ ਇਨਕਮ ਤੇ ਨਹੀਂ ਹੈਗੀ, ਉਹ ਸਾਰਾ ਕੁਝ ਅਨਪ੍ਰੈਡਿਕਟੇਬਲ ਸੀਗਾ। ਜਦੋਂ ਬੰਦ ਹੋ ਗਿਆ ਗੁਰਦੁਆਰਾ ਸਾਹਿਬ, ਸਭ ਕੁਝ ਹੀ ਬੰਦ ਹੋ ਗਿਆ ਤੇ ਉਸ ਟਾਈਮ ਤੇ ਸਾਨੂੰ ਬੈਂਕਾਂ ਤੋਂ ਵੀ ਨਾ ਹੋ ਗਈ ਤੇ ਉਹ ਬੜਾ ਨਿਰਾਸ਼ਾ ਵਾਲਾ ਪੀਰੀਅਡ ਸੀ ਸਾਡੇ ਕੋਲ ਇੱਕ। ਤੇ ਫਿਰ ਉਸ ਦੌਰਾਨ ਕੀ ਚੱਲਿਆ ਤੁਹਾਡੇ ਮਾਈਂਡ ਦੇ ਵਿੱਚ? ਇੱਕ ਵਾਰੀ ਇਹ ਤਾਂ ਚੱਲਿਆ ਹੋਣਾ ਵੀ ਅਸੀਂ ਕੰਮ ਹੀ ਬੰਦ ਕਰ ਦਈਏ ਜਾਂ ਅੱਗੇ ਨਹੀਂ ਚੱਲਣਾ, ਜਾਂ ਕੋਈ ਹੋਪ ਸੀਗੀ? ਦੇਖੋ ਇਹ ਤੁਸੀਂ ਬਹੁਤ ਵਧੀਆ ਤੁਸੀਂ ਮੈਨੂੰ ਸਵਾਲ ਪੁੱਛਿਆ, ਇਹਦੇ ਬਾਰੇ ਮੈਂ ਗੱਲ ਕਰਨਾ ਚਾਹਾਂਗੀ। ਐਕਚੁਅਲੀ 2000 ਜਿਹੜੇ ਅਪ੍ਰੈਲ ਦੇ ਵਿੱਚ ਜਿਹੜੀ ਸਰਦਾਰ ਪਿਆਰਾ ਸਿੰਘ ਨੇ ਉਹਨਾਂ ਦਾ ਮੈਨੂੰ ਫੋਨ ਆਇਆ। ਕਲੀਨਿਕ ਮੇਰੇ ਬੰਦ ਸੀ, ਸਭ ਕੁਝ ਬੰਦ ਸੀ, ਐਵਰੀਥਿੰਗ ਵਾਸ ਸ਼ਟ ਡਾਊਨ। ਤੇ ਉਹ ਸਾਰਾ ਕੁਝ ਬੰਦ ਹੋਣ ਕਰਕੇ ਅਸੀਂ ਬੈਠੇ ਸੀ ਘਰ ਤੇ ਉਹਨਾਂ ਦਾ ਫੋਨ ਆਇਆ ਵੀ ਮੈਨੂੰ ਸਿਮਰਦੀਪ ਮੈਨੂੰ ਤੁਸੀਂ $10,000 ਦਿਓ, ਜੇ ਮੈਂ ਅੱਜ ਨਾ ਕੰਟਰੈਕਟਰ ਨੂੰ ਦਿੱਤਾ ਤੇ ਉਹ ਕੱਲ ਮੇਰਾ ਕੰਮ ਛੱਡ ਜਾਣਗੇ। ਤੇ ਮੈਨੂੰ ਕੋਈ ਨਹੀਂ ਸੀ ਪਤਾ ਉਸ ਟਾਈਮ ਤੇ ਵੀ ਕੀ ਚੱਲ ਰਿਹਾ ਪ੍ਰੋਗਰਾਮ। ਤੇ ਮੈਂ ਉਹਨਾਂ ਨੂੰ ਕਿਹਾ ਅੰਕਲ ਕੀ ਹੋ ਰਿਹਾ, ਕੀ ਚੱਲ ਰਿਹਾ, ਮੈਨੂੰ ਦੱਸੋ। ਉਹ ਕਹਿੰਦੇ ਵੀ ਉਹ ਕੰਟਰੈਕਟਰਸ ਨੂੰ ਪੈਸੇ ਦੇਣ ਦੀ ਲੋੜ ਹੈ। ਤੇ ਉਹਨਾਂ ਨੇ ਮੈਂ ਕਿਹਾ ਮੈਨੂੰ ਕਾਗਜ਼ ਪੱਤਰ ਲੈ ਕੇ ਆਓ। ਆਪਾਂ ਬੈਠ ਕੇ ਮੈਂ ਵਿਹਲੀ ਸੀਗੀ ਨਾ, ਵਿਹਲੇ ਬੰਦੇ ਨੂੰ ਹੁੰਦਾ ਚਲੋ ਕੋਈ ਨਾ ਕੰਮ ਮਿਲ ਗਿਆ ਕਰਨ ਨੂੰ ਨਾ, ਆਰਗੇਨਾਈਜ਼ ਹੈਲਪ ਕਰਦਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਬਹੁਤੇ ਆਰਗੇਨਾਈਜ਼ਡ ਨਹੀਂ ਹੈਗੇ ਪੀਪਲ, ਬਜ਼ੁਰਗ ਨੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਬੈਠ ਕੇ ਕਰਦੇ ਹਾਂ। ਜਦੋਂ ਮੈਂ ਵੇਖਿਆ ਕਿ ਇਹਦੇ 'ਚ ਇੰਨਾ $2 ਲੱਖ ਦਾ ਤੁਹਾਡਾ ਕੰਟਰੈਕਟਰ ਦੇ ਪੈਸੇ ਦੇਣ ਵਾਲੇ ਨੇ ਤੇ ਬੈਂਕ ਦਾ ਓਵਰਡਰਾਨ ਸੀਗਾ ਬੈਂਕ ਨੈਗੇਟਿਵ 'ਚ, ਤੇ ਉਦੋਂ ਮੈਨੂੰ ਲੱਗਾ ਕਿ ਬਹੁਤ ਹੀ ਸਿਚੁਏਸ਼ਨ ਗੰਭੀਰ ਹੋ ਗਈ ਹੈ। ਤੇ ਇੱਕ ਵਾਰੀ ਦਿਲ ਨੂੰ ਥੋੜਾ ਹੌਲ ਜਿਹਾ ਵੀ ਪਿਆ ਕਿ ਸਿਚੁਏਸ਼ਨ ਬਹੁਤ ਟਫ ਹੁੰਦੀ ਹੈ ਕਿ ਸਭ ਕੁਝ ਬੰਦ ਪਿਆ। ਹੁਣ ਅਸੀਂ ਕਿਹਦੇ ਕੋਲ ਜਾਵਾਂਗੇ ਪੈਸੇ ਲੈਣ? ਆਪਣੇ ਕੋਲ ਤੁਸੀਂ ਕਰ ਸਕਦੇ 10,000 20,000 25,000, ਪਰ ਤੁਸੀਂ $2-2.5 ਲੱਖ ਕਿੱਥੋਂ ਇਕੱਠਾ ਕਰਾਂਗੇ? ਤੇ ਕਾਫੀ ਜ਼ਿਆਦਾ ਸਟ੍ਰੈਸ ਹੋਇਆ ਸੀ। ਪਰ ਇੱਕ ਦੇਖੋ ਮੈਂ ਇੱਕ ਗਰੁੱਪ ਬਣਾਇਆ, ਕੁਝ ਲੋਕਾਂ ਆਪਣੇ ਫਰੈਂਡਸ ਨੂੰ ਕਾਲ ਕੀਤਾ ਤੇ ਗਰੁੱਪ ਬਣਾਇਆ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਆਪਾਂ ਨੂੰ ਫੰਡ ਰੇਜ਼ਿੰਗ ਕਰਨ ਦੀ ਲੋੜ ਹੈ, ਆਪਣਾ ਗੁਰਦੁਆਰਾ ਸਾਹਿਬ ਹੈ, ਜੇ ਅਸੀਂ ਐਫਰਟ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਤੇ ਲੇਨ ਪੈ ਜਾਏਗੀ, ਜ਼ਮੀਨ ਸਾਡੀ ਵਿਕ ਜਾਣੀ ਹੈ। ਤੇ ਤੁਸੀਂ ਮੰਨੋਗੇ ਨਹੀਂ, ਸਾਡੇ ਇੰਨੇ ਹੌਸਲੇ ਵਾਲੇ ਯੰਗ ਬੱਚੇ ਨੇ, ਉਹਨਾਂ ਨੇ ਸਾਡੇ ਗਰੁੱਪ ਵਿੱਚ ਇੰਨੇ ਐਡ ਕੀਤੇ, ਇੱਥੋਂ BC ਤੋਂ ਵੀ ਕਾਫੀ ਸਾਰੇ ਉਹਨਾਂ ਨੇ ਐਡ ਕੀਤੇ, ਆਪਣੇ ਫਰੈਂਡਸ ਕੰਟੈਕਟਸ ਨੂੰ ਐਡ ਕੀਤਾ ਤੇ ਵਿਦਨ 24 ਆਵਰਸ $35,000 ਅਸੀਂ ਕਲੈਕਟ ਕਰ ਲਿਆ। ਤੇ ਫਿਰ ਉਹ ਅਸੀਂ ਉਹਨਾਂ ਨੂੰ ਕੰਟਰੈਕਟਰਸ ਨੂੰ ਦੇ ਕੇ ਤੇ ਕੰਮ ਸਟਾਰਟ ਕਰਾ ਲਿਆ। ਤੇ ਉਸ ਤੋਂ ਬਾਅਦ ਸਾਡੀ ਫੰਡ ਰੇਜ਼ਿੰਗ ਦੀ ਅਸੀਂ ਕਮੇਟੀਆਂ ਬਣਾਈਆਂ, ਇਨਵੋਲਵ ਹੋ ਗਈ। ਫਿਰ ਮੈਂ 100% ਕੋ ਟਾਈਮ ਵੀ ਸੀਗਾ, ਕੁਦਰਤ ਦਾ ਹੈਗਾ ਟਾਈਮ ਵੀ ਸੀ। ਫਿਰ ਅਸੀਂ ਕਮੇਟੀਆਂ ਬਣਾਈਆਂ ਅਲੱਗ-ਅਲੱਗ ਤੇ ਜਿੱਦਾਂ ਫੰਡ ਰੇਜ਼ਿੰਗ ਲਈ IT ਦੀ ਕਮੇਟੀ ਬਣਾਈ, ਵੈਬਸਾਈਟ ਥੋੜੇ ਅਪਡੇਟ ਕਰਕੇ ਸੰਗਤ ਨੂੰ ਜ਼ਿਆਦਾ ਰੀਚ ਆਊਟ ਕੀਤਾ ਜਾ ਸਕੇ, ਫੇਸਬੁੱਕ ਪੇਜ ਨੂੰ ਅਪਡੇਟ, ਅਸੀਂ ਸੋਸ਼ਲ ਮੀਡੀਆ ਦੇ ਥਰੂ ਸੋਚਿਆ ਕਿ ਜ਼ਿਆਦਾ ਰੀਚ ਆਊਟ ਕਰਾਂਗੇ। ਪਰ ਸਾਡੇ ਅਸੀਂ ਕਦੇ ਵੀ ਏਦਾਂ ਨਹੀਂ ਸਾਨੂੰ ਲੱਗਾ, ਨਿਰਾਸ਼ ਨਹੀਂ ਅਸੀਂ ਹੋਏ। ਅਸੀਂ ਘਬਰਾਏ ਜ਼ਰੂਰ, ਥੋੜਾ ਸਟ੍ਰੈਸਡ ਆਊਟ ਜ਼ਰੂਰ ਹੋਏ, ਪਰ ਉਮੀਦ ਨਹੀਂ, ਕਿਉਂਕਿ ਸਾਨੂੰ ਪਤਾ ਜਿਹੜੀ ਆਪਣੀ ਸਿੱਖ ਕਮਿਊਨਿਟੀ ਹੈ ਉਹਨੇ ਪ੍ਰਮਾਤਮਾ ਦਾ ਕੰਮ ਹੈ, ਵਾਹਿਗੁਰੂ ਦਾ ਕੰਮ ਹੈ, ਉਹਨੇ ਆਪੇ ਕਰਾ ਲੈਣਾ। ਸਾਡਾ ਜਿਹੜਾ ਕੰਮ ਹੈਗਾ ਐਫਰਟ ਕਰਨਾ ਹੈ ਨਾ, ਉਹ ਜੇ ਅਸੀਂ ਐਫਰਟ ਨਹੀਂ ਕਰਾਂਗੇ ਫਿਰ ਉਹ ਸਾਡੀ ਹੈਲਪ ਵੀ ਨਹੀਂ ਕਰੇਗਾ। ਐਫਰਟ ਤਾਂ ਸਾਨੂੰ ਹੀ ਕਰਨੀ ਪਏਗੀ ਨਾ, ਅਸੀਂ ਐਫਰਟ ਕਰਾਂਗੇ ਤੇ ਵਾਹਿਗੁਰੂ ਨੇ ਆਪੇ ਕਰਾ ਲੈਣਾ। ਸੋ ਇਸ ਗੱਲ ਦੀ ਆਸ ਸਾਡੀ ਕਦੀ ਖਤਮ ਨਹੀਂ ਹੋਈ। ਚੜ੍ਹਦੀ ਕਲਾ ਜਿਹੜੀ ਸਾਡਾ ਅਸੂਲ ਹੈ ਸਿੱਖਾਂ ਦਾ, ਚੜ੍ਹਦੀ ਕਲਾ 'ਚ ਰਹਿਣਾ, ਉਹ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਹਾਂ। ਥੋੜੇ ਜਿਹੇ ਇੱਕ ਵਾਰੀ ਸੈਟਬੈਕ ਜ਼ਰੂਰ ਲੱਗਿਆ ਸੀ। ਕਈ ਵਾਰੀ ਇਦਾਂ ਦੀ ਸਿਚੁਏਸ਼ਨ ਵੀ ਆਈ, ਜਿੱਦਾਂ ਮੈਂ ਸਵੇਰੇ ਕਲੀਨਿਕ ਤੇ ਜਾ ਰਹੀ ਹਾਂ ਤੇ ਕਿਸੇ ਕੰਟਰੈਕਟਰ ਦਾ ਫੋਨ ਆ ਗਿਆ ਤਾਂ ਜਿੰਨੇ 20 ਮਿੰਟ ਮੈਂ ਡਰਾਈਵ ਕੀਤੇ 20 ਮਿੰਟ ਉਹ ਮੇਰੇ ਨਾਲ ਲੜਦਾ ਹੀ ਰਿਹਾ ਕਿ ਤੁਸੀਂ ਅੱਜ ਮੈਨੂੰ ਪੈਸੇ ਨਹੀਂ ਦਿਓਗੇ ਤੇ ਮੈਂ ਵਕੀਲ ਕੋਲ ਜਾ ਰਿਹਾ। ਕਈ ਵਾਰੀ ਮੈਂ ਉਹਨਾਂ ਨੂੰ ਆਪਣੇ ਕੋਲੋਂ ਪਰਸਨਲ ਚੈੱਕ ਦੇ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਥੋੜੀ ਦੇਰ ਰੁਕ ਜਾਓ। ਮਤਲਬ ਕਾਫੀ ਅਸੀਂ ਇਦਾਂ ਦੀ ਡਿਫਿਕਲਟ ਸਿਚੁਏਸ਼ਨ ਦੇ ਨਾਲ ਡੀਲ ਕੀਤਾ, ਪਰ ਚੜ੍ਹਦੀ ਕਲਾ ਸਾਡੀ ਹਮੇਸ਼ਾ ਤੋਂ ਹੀ ਰਹੀ। ਤੇ ਇਹੀ ਹੁਣ ਜਿਹੜੀ ਇਹ ਗੱਲ ਹੈ ਜਿਹੜੀ ਸਿੱਖ ਸੰਗਤ ਨੇ ਪ੍ਰੂਵ ਵੀ ਕਰ ਦਿੱਤੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਦਾ 75 to 80% ਕੰਮ ਕੰਪਲੀਟ ਹੋ ਚੁੱਕਿਆ ਤੇ ਅਸੀਂ ਸਭ ਕਰਜ਼ੇ ਉਤਾਰ ਚੁੱਕੇ ਨੇ। ਸਾਡੇ ਕੋਲ ਹੁਣ ਥੋੜਾ ਸਰਪਲਸ ਫੰਡ ਹੈ, ਘੱਟ
ਘੱਟ ਨਹੀਂ ਹੈ, ਸਰਪਲਸ ਹੈ, ਕਿਉਂਕਿ ਸੰਗਤ ਦਾ ਬਹੁਤ ਸਾਰਾ ਸਹਿਯੋਗ ਮਿਲਿਆ ਤੇ ਸਾਨੂੰ ਇੱਥੋਂ BC ਤੋਂ ਖਾਸ ਤੌਰ ਤੇ ਸਾਨੂੰ ਆਪਣੇ ਜਿਹੜੇ ਹੈਗੇ ਨੇ ਗੁਰਦੁਆਰਾ ਸੁਖ ਸਾਗਰ ਨੇ 31,000 ਭੇਜ ਦਿੱਤੇ ਸੀ ਲਾਸਟ ਈਅਰ। ਉਸੇ ਵਕਤ ਜਦੋਂ ਸਾਨੂੰ ਲੋੜ ਪਈ ਉਹਨਾਂ ਨੇ ਕਿਹਾ ਭਾਈ ਮੇਵਾ ਸਿੰਘ ਬਾਰੇ ਤੁਸੀਂ ਲੋਕਾਂ ਨੂੰ ਥੋੜੀ ਅਵੇਅਰਨੈਸ ਕ੍ਰੀਏਟ ਕਰੋ ਤੇ ਤੁਹਾਨੂੰ ਇਹ ਤੁਸੀਂ ਉਹਨਾਂ ਦੇ ਫੰਡ ਤੋਂ ਤੁਹਾਨੂੰ ਦੇ ਰਹੇ ਆ। ਤੇ ਇੱਕ ਸਾਡੇ ਇੱਥੇ ਗੁਰਦੁਆਰਾ ਸਿੰਘ ਸਾਹਿਬ ਜੋਰਾਵਰ ਸਿੰਘ ਨੇ, ਉਹਨਾਂ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਸਾਨੂੰ ਇਹ $27,000 ਭੇਜੇ ਤੇ ਇੱਕ ਕਾਲ ਸੇਵਾ ਫਾਊਂਡੇਸ਼ਨ ਹੈਗੀ ਆ, ਉਹਨਾਂ ਨੇ ਵੀ ਕਾਫੀ ਸਾਡੀ ਹੈਲਪ ਕੀਤੀ, $10,000 ਭੇਜੇ, 11,000 ਮੇਰਾ ਖਿਆਲ। ਤੇ ਇੱਕ ਸਾਡੇ ਪ੍ਰਾਈਮ ਏਸ਼ੀਆ TV ਦੇ ਉਹਨਾਂ ਨੇ ਵੀ ਸਾਨੂੰ ਕਾਫੀ ਰੀਚ ਆਊਟ ਕਰਨ 'ਚ ਹੈਲਪ ਕੀਤੀ। ਮੇਰੇ ਖਿਆਲ ਤੁਹਾਡੇ ਚੈਨਲ ਨਾਲ ਵੀ ਮੇਰੀ 1-2 ਵਾਰੀ ਮੀਟਿੰਗ ਹੋਈ ਸੀਗੀ ਤੁਹਾਡੀ, ਮੈਨੂੰ ਬੜੀ ਸਪੋਰਟ ਮਿਲੀ ਤੁਹਾਡੇ ਵੱਲੋਂ ਵੀ ਤੇ ਆਪਾਂ ਉੱਥੋਂ ਆਨਲਾਈਨ ਕਾਲ ਕਰਕੇ ਕੀਤੀ ਸੀ ਰਿਕਾਰਡਿੰਗ ਮਾਰਨਿੰਗ ਸ਼ੋਅ ਦੇ ਵਿੱਚ। ਤੇ ਉਹਦੇ ਨਾਲ ਇਹ ਵੀ ਸਾਨੂੰ ਸਾਡਾ ਹੌਸਲਾ ਵੱਧ ਗਿਆ। ਬਿਲਕੁਲ ਹਾਂ ਬਿਲਕੁਲ। ਸੋ ਇਹ ਵਾਕਈ ਇਹ ਹੌਸਲੇ ਵਧਦੇ ਰਹਿਣੇ ਚਾਹੀਦੇ ਨੇ। ਸੋ ਇੱਥੇ ਮੈਂ ਦੱਸਦਾ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਕਿ ਇਹਨਾਂ ਦਿਨਾਂ ਦੇ ਵਿੱਚ ਮੈਰੀਟਾਈਮ ਗੁਰਦੁਆਰਾ ਸਿੱਖ ਸੁਸਾਇਟੀ ਦੀ ਜਿਹੜੀ ਟੀਮ ਹੈ ਇਹ ਸਰੀ ਦੇ ਵਿੱਚ ਹੀ ਆਏ ਹੋਏ ਨੇ, ਇੱਥੇ ਹੈਲੀਫੈਕਸ ਤੋਂ। ਸੋ ਕੁਝ ਦਿਨ ਇੱਥੇ ਹੀ ਨੇ, ਆਈ ਥਿੰਕ 1 ਹਫ਼ਤੇ ਤੱਕ ਤੁਸੀਂ ਇੱਥੇ ਹੀ ਹੋ ਹਜੇ। ਅਸੀਂ ਹੁਣ ਇਸ ਥਰਸਡੇ ਤੱਕ 2 ਦਿਨ ਹੋ ਰਿਹਾ। ਹਾਂਜੀ 2 ਦਿਨ ਹੋਰ ਇਹ ਟੀਮ ਇੱਥੇ ਹੀ ਹੈ। ਸੋ ਜੇ ਤੁਸੀਂ ਵੀ ਆਪਣੀ ਤਸੱਲੀ ਦੇ ਲਈ ਇਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਡੀ TV ਸਕਰੀਨ ਦੇ ਉੱਤੇ ਇਹਨਾਂ ਦਾ ਕੰਟੈਕਟ ਨੰਬਰ ਵੀ ਆ ਰਿਹਾ, ਈਮੇਲ ID ਵੀ ਆ ਰਹੀ ਹੈ। ਸੋ ਕੋਈ ਵੀ ਤੁਸੀਂ ਕੰਟੈਕਟ ਇਹਨਾਂ ਨਾਲ ਕਰਨਾ ਚਾਹੁੰਦੇ ਹੋ ਤਾਂ ਉੱਥੋਂ ਕਰ ਸਕਦੇ ਹੋ, ਕਿਉਂਕਿ 2 ਦਿਨ ਇਹਨਾਂ ਦੀ ਟੀਮ ਹੋਰ ਇੱਥੇ ਹੈਗੀ ਹੈ। ਸੋ ਬਾਕੀ ਅਸੀਂ ਇੰਟਰਵਿਊ ਦੇ ਵਿੱਚ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਅੱਗੇ ਜਾਰੀ ਰੱਖਾਂਗੇ। ਡਾਕਟਰ ਸਿਮਰਦੀਪ ਕੌਰ ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਇੱਕ ਵਾਰੀ ਹੌਸਲੇ ਮਤਲਬ ਫਿਰ ਵੀ ਬੁਲੰਦ ਰਹੇ, ਪਰ ਨਿਰਾਸ਼ਾ ਜਿਹੜੀ ਹੈ ਉਹ ਸੀਗੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ। ਕੰਸਟਰਕਸ਼ਨਸ ਦਾ ਕੰਮ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਚੱਲ ਰਿਹਾ ਇਸ ਸੰਸਥਾ ਦਾ, ਤੇ ਕੰਸਟਰਕਸ਼ਨ ਦਾ ਕੰਮ ਕਦੋਂ ਤੱਕ ਚੱਲ ਰਿਹਾ ਤੇ ਹੁਣ ਇਹ ਕੰਮ ਕਿੱਥੇ ਤੱਕ ਪਹੁੰਚ ਚੁੱਕਿਆ ਹੋਇਆ ਹੈ? ਹਾਂਜੀ 2019 ਦਸੰਬਰ ਦੇ ਵਿੱਚ ਅਸੀਂ ਡਿਗਿੰਗ ਸਟਾਰਟ ਕੀਤੀ ਸੀ। ਜਿਹੜੀ ਸਾਡੀ ਐਜ਼ ਅ ਰੂਲ ਜਿਹੜਾ ਸਾਡਾ ਨੋਵਾ ਸਕੋਸ਼ੀਆ ਦਾ ਵਾਟਰ ਲੈਵਲ ਹੈ ਕਾਫੀ, ਕਿਉਂਕਿ ਸਮੁੰਦਰ ਦੇ ਉੱਤੇ ਹੈ, ਕਾਫੀ ਹਾਈ ਹੈ ਤੇ ਸਾਨੂੰ ਡਿਗਿੰਗ ਕਰਨੀ ਪੈਂਦੀ ਹੈ ਪਹਿਲਾਂ ਦੇਖਣ ਲਈ ਕਿ ਥੱਲੇ ਕਿੰਨੀ ਸਟਰੋਂਗ ਸਰਫੇਸ ਹੈ ਐਜ਼ ਅ ਰਿਕੁਆਇਰਮੈਂਟ। ਤੇ 2019 ਦੀ ਦਸੰਬਰ ਚ ਸਟਾਰਟ ਕੀਤੀ ਸੀ ਤੇ ਜਨਵਰੀ ਫਰਵਰੀ ਦੇ ਵਿੱਚ ਫਰੇਮਵਰਕ ਬਣਨਾ ਸਟਾਰਟ ਹੋ ਗਿਆ ਸੀ। ਹੁਣ ਇਸ ਟਾਈਮ ਤੇ ਜਿਹੜਾ ਫਰੇਮਵਰਕ 100% ਕੰਪਲੀਟ ਹੈ, ਜਿਹੜੀ ਰੂਫ ਟਾਈਟ ਹੈ ਤੇ ਸਾਰੀ ਜਿਹੜੀ ਬਿਲਡਿੰਗ ਹੈ ਸੀਲ ਹੋ ਗਈ ਹੈ। ਹੁਣ ਵਿੰਡੋ ਦਰਵਾਜ਼ੇ ਜਿਹੜੇ ਖਿੜਕੀਆਂ ਦਰਵਾਜ਼ੇ ਸਭ ਲੱਗ ਗਏ ਨੇ ਉਹਦੇ। ਤੇ ਹੁਣ ਇੰਟਰਨਲ ਫਰੇਮਿੰਗ 2 ਫਲੋਰਸ ਦੀ ਇਨਫਲੋਰ ਹੀਟਿੰਗ ਦੇ ਨਾਲ ਪਾ ਕੇ ਤੇ ਕੰਕਰੀਟ ਪੋਰ ਹੋ ਚੁੱਕਿਆ, ਬੇਸਮੈਂਟ ਦਾ ਤੇ ਜਿਹੜਾ ਟਾਪ ਫਲੋਰ ਹੈ ਉਹਨਾਂ ਦਾ ਕੰਕਰੀਟ ਪੋਰ ਹੋ ਚੁੱਕਿਆ। ਤੇ ਜਿਹੜਾ ਮੇਨ ਫਲੋਰ ਹੈ ਉਹਦੇ ਤੇ ਹਲੇ ਕੰਮ ਚੱਲ ਰਿਹਾ, ਕਿਉਂਕਿ ਉਹਦੇ ਵਿੱਚ ਕਾਫੀ ਪਲੰਬਿੰਗ ਦਾ ਕੰਮ ਹੈ, ਕਿਚਨ ਵਗੈਰਾ ਦਾ ਕੰਮ ਚੱਲ ਰਿਹਾ ਤੇ ਉਸ ਤੋਂ ਬਾਅਦ ਉਹ ਵੀ ਕੰਪਲੀਟ ਹੋ ਜਾਏਗਾ। ਸੋ ਮੇਰਾ ਖਿਆਲ ਹੈ ਕਿ 75 ਤੋਂ 80% ਦੇ ਕਰੀਬ ਸਾਡਾ ਕੰਮ ਕੰਪਲੀਟ ਹੋ ਗਿਆ। ਇਲੈਕਟ੍ਰੀਕਲ ਦਾ ਵੀ ਕਾਫੀ ਸਾਰੀਆਂ ਵਾਇਰ ਜਿਹੜੀਆਂ ਕਾਫੀ ਕੁਝ ਇੰਸਟਾਲ ਹੋ ਗਿਆ। ਹੁਣ ਅਸੀਂ ਆਲਮੋਸਟ ਇੱਥੇ ਪਹੁੰਚ ਗਏ ਕਿ ਜਿਹੜਾ ਮੇਨ ਫਲੋਰ ਜਦੋਂ ਪੋਰ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇੰਸੂਲੇਸ਼ਨ ਤੋਂ ਬਾਅਦ ਡਰਾਈਵਾਲ ਸਟਾਰਟ ਹੋ ਜਾਏਗੀ ਤੇ ਫਲੋਰਿੰਗ ਸਟਾਰਟ ਹੋ ਜਾਏਗੀ। ਜੀ ਸਿਮਰਦੀਪ ਜੀ, ਸਾਨੂੰ ਇਹ ਵੀ ਦੱਸੋ ਵੀ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਪਹਿਲਾਂ ਕੀ ਸੀਗਾ, ਕਿਹੜੀਆਂ ਉਹ ਕਮੀਆਂ ਸੀ ਜਿਨ੍ਹਾਂ ਨੂੰ ਹੁਣ ਤੁਸੀਂ ਪੂਰਾ ਕਰਨ ਜਾ ਰਹੇ ਹੋ? ਕਿੰਨੇ ਇਹਦੇ ਵਿੱਚ ਲੰਗਰ ਹਾਲ ਬਾਰੇ ਵੀ ਸਾਨੂੰ ਦੱਸੋ, ਹੋਰ ਕੀ ਕੀ ਹੈ? ਪਨਾਹਗਰ ਤੁਸੀਂ ਕਹਿ ਰਹੇ ਸੀ ਵੀ ਲੋਕਾਂ ਨੂੰ ਸਟੂਡੈਂਟਸ ਬਹੁਤ ਹੋ ਰਹੇ ਨੇ, ਕਈ ਵਾਰ ਉਹਨਾਂ ਨੂੰ ਰਹਿਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਗੁਰਦੁਆਰਾ ਘਰਾਂ ਦੇ ਵਿੱਚ ਜਾ ਕੇ ਰਹਿ ਵੀ ਲੈਂਦੇ ਨੇ। ਸੋ ਤੇ ਪਹਿਲਾਂ ਫੈਸਿਲਿਟੀ ਨਹੀਂ ਸੀ ਤੇ ਹੁਣ ਉਹਨਾਂ ਨੂੰ ਕਿੰਨੀ ਕੁ ਫੈਸਿਲਿਟੀ ਜਿਹੜੀ ਹੈ ਮਿਲੇਗੀ, ਓਵਰਆਲ ਇਹਦੇ ਬਾਰੇ ਜਾਨਣਾ ਚਾਹਾਂਗੇ। ਹਾਂਜੀ, ਜਿਹੜਾ ਸਾਡਾ ਪਹਿਲਾ ਗੁਰਦੁਆਰਾ ਸਾਹਿਬ ਸੀ ਉਹਦੇ 2 ਫਲੋਰ ਸੀ, 3600 ਸਕੁਆਇਰ ਫੀਟ ਤੇ ਉਹਦੀ ਜਿਹੜੀ ਕੰਸਟਰਕਸ਼ਨ ਹੈ ਰਹਿਣ ਦੇ ਹਿਸਾਬ ਨਾਲ ਬਹੁਤੀ ਸੇਫ ਨਹੀਂ ਸੀ। ਮੈਂ ਮੰਨੂਗੀ ਕਿ ਸਾਨੂੰ ਥੋੜਾ ਇਨਸਿਕਿਉਰਿਟੀ ਹੁੰਦੀ ਸੀ ਕਿ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਜਾਏ ਤਾਂ ਡਿੱਗ ਜਾਏ, ਤਾਂ ਇੰਨਾ ਸੇਫ ਉਹਦੀ ਕੰਸਟਰਕਸ਼ਨ ਇਸ ਹਿਸਾਬ ਨਹੀਂ ਸੀ ਕੋਈ ਇੱਥੇ ਰਹਿ ਸਕੇ। ਪਰ ਅਸੀਂ ਫਿਰ ਵੀ ਸਾਡੇ ਕੋਲ ਕਾਫੀ ਵਾਰੀ ਸਟੂਡੈਂਟ ਆ ਕੇ ਰਹਿੰਦੇ ਰਹੇ ਨੇ, ਜਿੱਦਾਂ ਦੇ ਵੀ ਸਰਕਮਸਟੈਂਸਸ ਸੀਗੇ, ਪਰ ਕਾਫੀ ਵਾਰੀ ਸਟੂਡੈਂਟ ਆ ਕੇ ਜਦੋਂ ਰਹਿੰਦੇ ਰਹੇ ਨੇ। ਕਈ ਵਾਰੀ ਨਹੀਂ ਸੀ ਅਕਮੋਡੇਸ਼ਨ, ਪਰ ਬਹੁਤੀ ਵਾਰੀ ਸਾਨੂੰ ਜੇ ਕੋਈ ਸਟੂਡੈਂਟ ਨੇ ਰੀਚ ਆਊਟ ਕੀਤਾ ਤਾਂ ਉਹਨਾਂ ਨੂੰ ਅਕਮੋਡੇਸ਼ਨ ਅਸੀਂ ਦੇ ਦਿੰਦੇ ਸੀ। ਤੇ ਹੁਣ ਜਿਹੜਾ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਾਡਾ ਕੰਮ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਸਾਰੇ ਰਲ ਮਿਲ ਕੇ ਕਰਦੇ ਸੀ ਕਿ ਕੋਈ ਸਾਡੇ ਕੋਲ ਹੈ ਨਹੀਂ ਸੀ, ਪਰ ਹੁਣ ਜਿੱਦਾਂ ਨਵੀਂ ਕੰਸਟਰਕਸ਼ਨ ਹੈ ਇਹਦੇ ਇਹ ਹੁਣ 22,000 ਸਕੁਆਇਰ ਫੁੱਟ ਹੈ ਟੋਟਲ ਕਵਰਡ ਏਰੀਆ, 3 ਫਲੋਰਸ ਦਾ। ਜਿਹੜਾ ਸਾਡਾ ਲੰਗਰ ਹਾਲ ਤੇ ਉੱਪਰ ਵਾਲਾ ਹਾਲ ਦੋਨਾਂ 7700 ਸਕੁਆਇਰ ਫੁੱਟ ਟੋਟਲ ਏਰੀਆ ਹੈ ਤੇ ਉਹਦੇ ਚ ਆਲਮੋਸਟ 7000 ਸਕੁਆਇਰ ਫੁੱਟ ਦਾ ਇਕੱਲਾ ਥੜਾ ਦੀਵਾਨ ਹਾਲ ਹੈ ਤੇ ਕਾਫੀ ਵੱਡਾ ਖੁੱਲਾ ਹੈ, ਕਿਉਂਕਿ ਸਾਨੂੰ ਲੱਗ ਰਿਹਾ ਕਿ ਅਗਲੇ 50 ਸਾਲਾਂ ਤੱਕ ਸਾਡਾ ਠੀਕ ਕੰਮ ਚੱਲ ਜਾਏਗਾ। ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਬੇਸਮੈਂਟ ਦੇ ਵਿੱਚ ਸਟੋਰੇਜ ਰੂਮ ਬਣਾ ਰਹੇ ਹਾਂ ਤਾਂ ਜੋ ਜੇ ਬੱਚੇ ਆਉਂਦੇ ਨੇ ਤਾਂ ਆਪਣਾ ਸਮਾਨ ਲੋਕਰ ਦੇ ਵਿੱਚ ਰੱਖ ਕੇ, ਤੇ ਉੱਪਰ ਜਿਹੜਾ ਸਭ ਤੋਂ ਉੱਪਰ ਵਾਲਾ ਜਿਹੜਾ ਹਾਲ ਹੈ ਉਹ ਤੇ ਸਾਡੇ ਕੋਲ ਇੱਕ ਐਡੀਸ਼ਨਲ ਛੋਟਾ ਹਾਲ ਹੈ, ਉਹਦੇ ਵਿੱਚ ਅਸੀਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਾਂਗੇ ਤੇ ਕਿਚਨ ਤੇ ਮੇਨ ਲੈਵਲ ਤੇ ਹੈ। ਸੋ ਹੁਣ ਸਾਡੇ ਕੋਲੇ ਬੱਚਿਆਂ ਨੂੰ ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਦੇ ਰਹਿਣ ਲਈ ਸਾਡੇ ਕੋਲ ਪਹਿਲਾਂ ਨਾਲੋਂ ਬੈਟਰ ਪ੍ਰਬੰਧ ਹੋਏਗਾ, ਨੰਬਰ 1। ਦੂਸਰਾ, ਅਸੀਂ ਕਿਉਂਕਿ ਸਾਡੇ ਕੋਲ ਸੰਗਤ ਜ਼ਿਆਦਾ ਹੋ ਗਈ ਤੇ ਵੱਡਾ ਆਪਰੇਸ਼ਨ ਹੋ ਜਾਏਗਾ ਗੁਰਦੁਆਰਾ ਸਾਹਿਬ ਦਾ, ਤੇ ਅਸੀਂ ਕਾਫੀ ਜਿਹੜੇ
ਸਿਆਣੇ ਬਜ਼ੁਰਗ ਜਿਹੜੇ ਸਾਡੇ ਸੀਨੀਅਰ ਰਾਗੀ ਜਾਂ ਜਿਹੜੇ ਐਕਸਪੀਰੀਅੰਸ ਨੇ ਅਮਰਧਾਰੀ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਜਿਹੜੇ ਸਾਡੇ ਕੋਲੇ ਫੁੱਲ ਟਾਈਮ ਰਹਿਣਗੇ। ਗੁਰਦੁਆਰਾ ਸਾਹਿਬ ਸਾਡਾ 7 ਦਿਨ ਖੁੱਲਾ ਰਹਿ ਕਰੇਗਾ। ਪਹਿਲਾਂ ਅਸੀਂ ਸਿਰਫ ਵੀਕਐਂਡ ਤੇ ਖੋਲਦੇ ਸੀਗੇ, ਉਹ ਵੀ ਸ਼ਾਮ ਦੇ ਟਾਈਮ ਤੇ ਮੋਸਟਲੀ, ਜਾਂ ਸੰਡੇ ਨੂੰ ਸਵੇਰ ਦੇ ਟਾਈਮ ਤੇ, ਸੈਟਰਡੇ ਨੂੰ ਸ਼ਾਮ ਦੇ ਟਾਈਮ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਸਾਡੇ ਫੁੱਲ ਟਾਈਮ ਖੁੱਲੇ ਰਿਹਾ ਕਰਨਗੇ ਤਾਂ ਜੋ ਸਾਡੇ ਫॉर 7 ਡੇਜ਼। ਹਾਂਜੀ, ਫॉर 7 ਡੇਜ਼। ਹਾਂਜੀ, ਤੇ ਅਸੀਂ ਉਹਨਾਂ ਚੋਂ ਇੱਕ ਅਸੀਂ ਸੋਚ ਰਹੇ ਹਾਂ ਕਿ ਹਾਫ ਡੇ ਲਾਂਗਰੀ ਜਿੱਦਾਂ ਸਰਵਿਸ ਲਈ ਵੀ ਰੱਖਿਆ ਹੋਇਆ। ਹਾਂਜੀ, ਤੇ ਤਾਂ ਜੋ ਸਾਡੇ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜੀ ਕਿਚਨ ਹੈ ਸਾਰਾ ਟਾਈਮ ਚੱਲਦੀ ਰਹੇ। ਇਹ ਤੇ ਸਾਡੇ ਕੋਲੇ ਜਿਹੜਾ ਹੁਣ ਬੇਸਮੈਂਟ ਦੇ ਵਿੱਚ ਬੱਚਿਆਂ ਦੇ ਸਕੂਲ ਬਣਾਉਣ ਲਈ ਸਾਡੇ ਕੋਲ ਕਾਫੀ ਸਾਰੇ ਹੁਣ ਇੰਥੂਸੀਆਸਟਿਕ ਜਿਹੜੇ ਯੰਗ ਸਿੰਘ ਹੈਗੇ ਨੇ, ਸਿੰਘ ਤੇ ਸਿੰਘਣੀਆਂ, ਜਿਹੜੇ ਕਿ ਬੱਚਿਆਂ ਨੂੰ ਗੁਰਮਤਿ ਦੀਆਂ ਕਲਾਸਾਂ, ਕੀਰਤਨ ਸੁਣਾਉਣਾ, ਤਬਲਾ ਬਾਦ ਸਿਖਾਉਣਾ ਜਾਂ ਜਿਹੜਾ ਹਾਰਮੋਨੀਅਮ ਸਿਖਾਉਣਾ ਚਾਹੁੰਦੇ ਨੇ, ਤੇ ਉਹਦੇ ਲਈ ਅਸੀਂ ਇੱਕ ਸਪੈਸ਼ਲ ਰੂਮ ਦਾ ਪ੍ਰਬੰਧ ਕੀਤਾ ਜਿਸ ਉਹਨਾਂ ਦਾ ਸਮਾਨ ਹਮੇਸ਼ਾ ਪਿਆ ਰਿਹਾ ਕਰੇਗਾ ਤੇ ਬੱਚੇ ਆ ਕੇ ਆਪਣੇ ਕਲਾਸਾਂ ਲਗਾਇਆ ਕਰਨਗੇ। ਪੰਜਾਬੀ ਦੀਆਂ ਕਲਾਸਾਂ ਤੇ ਸਾਡੀਆਂ 1968 ਤੋਂ ਚੱਲ ਰਹੀਆਂ ਨੇ। ਸਾਡੇ ਜਿਹੜੇ ਸਾਡੇ ਸੈਕੰਡ ਜਨਰੇਸ਼ਨ ਨੇ, ਪਹਿਲੀ ਜਨਰੇਸ਼ਨ ਤੋਂ ਸੈਕੰਡ ਜਨਰੇਸ਼ਨ, ਉਹ ਸਾਰਿਆਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ ਮੋਸਟਲੀ, ਤੇ ਉਹ ਬੜੀ ਖੁਸ਼ੀ ਬੱਚਿਆਂ ਦੀਆਂ ਕਲਾਸਾਂ ਲਗਾਉਂਦੇ ਨੇ। ਤੇ ਉਹ ਜਿਹੜੇ ਨਵੇਂ ਆਏ ਬੱਚੇ ਉਹ ਵੀ ਸਭ ਪੰਜਾਬੀ ਦੀਆਂ ਕਲਾਸਾਂ ਦਾ ਵੀ ਪ੍ਰਬੰਧ ਹੈ। ਤੇ ਬਾਕੀ ਜਿਹੜਾ ਅਸੀਂ ਜਿਹੜੇ ਇਸ ਤੋਂ ਬਾਅਦ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਹੁਣ ਜਿਹੜੀ ਸਾਡੀ ਨੋਵਾ ਸਕੋਸ਼ੀਆ ਦੀ ਕਮਿਊਨਿਟੀ ਹੈ ਕਾਫੀ ਜਨਰਸ ਹੈ ਤੇ ਫਰੈਂਡਲੀ ਹੈ, ਪਰ ਉੱਥੇ ਕਾਫੀ ਗਰੀਬੀ ਵੀ ਹੈਗੀ ਹੈ। ਤੇ ਜਿੱਦਾਂ ਆਪਣੇ ਸਿੱਖੀ ਦਾ ਅਸੂਲ ਹੈ ਖਾਣਾ ਦੇਣਾ, ਅਸੀਂ ਸੋਚ ਰਹੇ ਹਾਂ ਕਿ ਸੂਪ ਕਿਚਨ ਟਾਈਪ ਜਿੱਦਾਂ ਗੁਰੂ ਸਾਹਿਬ ਦਾ ਲੰਗਰ ਅਸੀਂ ਅਵੇਲੇਬਲ ਕਰਾਵਾਂਗੇ। ਤੇ ਕਮਿਊਨਿਟੀ ਜਿਹੜੀ ਕੈਨੇਡੀਅਨ ਕਮਿਊਨਿਟੀ ਉਹਨਾਂ ਨੂੰ ਵੀ ਅਸੀਂ ਜਿੱਥੇ ਨੀਡ ਵਾਲੀਆਂ ਜਿੱਥੇ ਕਮਿਊਨਿਟੀਜ਼ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਨਾ, ਉਹਨਾਂ ਨੂੰ ਅਸੀਂ ਰੀਚ ਆਊਟ ਕਰਾਂਗੇ ਕਿ ਕੋਈ ਵੀ ਆ ਕੇ ਸਾਡੇ ਕੋਲੇ ਆ ਕੇ ਲੰਗਰ ਛਕ ਸਕਦਾ। ਤੇ ਅਸੀਂ ਇਹ ਫੈਸਿਲਿਟੀ ਦੇਣ ਬਾਰੇ ਸਾਡਾ ਕਾਫੀ ਕਮਿਊਨੀਕੇਸ਼ਨ ਚੱਲ ਰਿਹਾ ਉਹਨਾਂ ਦੇ ਨਾਲ। ਠੀਕ ਹੈ। ਸੋ ਇੱਕ ਹੁੰਦੀ ਹੈ ਕਿ ਜਦੋਂ ਵੀ ਸਪੈਸ਼ਲੀ ਕਮਿਊਨਿਟੀ ਦਾ ਭਰੋਸਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵੇਲੇ ਤੁਸੀਂ ਇੱਥੇ ਸਰੀ ਦੇ ਵਿੱਚ ਵੀ ਆਏ ਹੋ, ਹੈਲੀਫੈਕਸ ਦੀ ਕਮਿਊਨਿਟੀ ਤੋਂ ਵੀ ਤੁਸੀਂ ਮਦਦ ਦੀ ਮੰਗ ਕੀਤੀ ਹੈ, ਇੱਥੇ ਦੀ ਕਮਿਊਨਿਟੀ ਨੂੰ ਮਿਲਣ ਆਏ ਹੋ, ਇੱਥੇ ਵੀ ਤੁਸੀਂ ਮੰਗ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੀ ਜਿੰਨੀ ਵੀ ਕੰਸਟਰਕਸ਼ਨ ਹੋ ਰਹੀ ਹੈ ਜਾਂ ਉਹਨੂੰ ਵਿਸ਼ਾਲ ਕਰਨਾ, ਉਹਦੇ ਵਿੱਚ ਉਹ ਤੁਹਾਡੀ ਮਦਦ ਕਰ ਸਕਣ। ਸੋ ਸਭ ਤੋਂ ਮੇਨ ਚੀਜ਼ ਹੁੰਦੀ ਹੈ ਕਿ ਲੋਕ ਤੁਹਾਡੇ ਤੇ ਟਰਸਟ ਕਰ ਸਕਣ। ਠੀਕ ਹੈ, ਫਿਰ ਹੀ ਉਹ ਅੱਗੇ ਹੈਲਪ ਲਈ ਆਉਂਦੇ ਨੇ। ਸੋ ਗੁਰਦੁਆਰਾ ਕਮੇਟੀ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਨੇ ਜਿਹੜੇ ਗੁਰਦੁਆਰੇ ਸਾਹਿਬ ਨੂੰ ਦੇਖਦੇ ਨੇ, ਜਿਹੜੇ ਲੀਡ ਕਰਦੇ ਨੇ ਔਰ ਜਿਹੜੇ ਫੈਸਲੇ ਲੈਂਦੇ ਨੇ। ਉਹ ਕਮੇਟੀ, ਉਸ ਟੀਮ ਬਾਰੇ ਵੀ ਥੋੜਾ ਜਿਹਾ ਦੱਸੋ ਵੀ ਕੌਣ ਕੌਣ ਉਸ ਵਿੱਚ ਸ਼ਾਮਿਲ ਹੈ ਤੇ ਕਿਹਦੀ ਕੀ ਉਹਦੇ ਵਿੱਚ ਡਿਊਟੀ ਹੁੰਦੀ ਹੈ। ਠੀਕ ਹੈ ਜੀ, ਮੈਂ ਐਜ਼ ਅ ਪ੍ਰੈਜ਼ੀਡੈਂਟ ਸੇਵਾ ਕਰਦੀ ਹਾਂ ਤੇ ਮੈਂ ਐਜ਼ ਪ੍ਰੋਫੈਸ਼ਨ ਤੋਂ ਡੈਂਟਿਸਟ ਅੱਜ ਦੱਸਿਆ ਤੇ ਫੁੱਲ ਟਾਈਮ ਕੰਮ ਕਰਦੀ ਹਾਂ। ਤੇ ਮੇਰੇ ਨਾਲ ਜਿਹੜੇ ਸਾਡੇ ਟ੍ਰੈਜਰਰ ਨੇ ਮਿਸਿਸ ਮਨਵਿੰਦਰ ਕੌਰ ਢਿੱਲੋਂ, ਉਹ ਫੁੱਲ ਟਾਈਮ ਟੀਚਰ ਦੀ ਜੌਬ ਕਰਦੇ ਨੇ। ਤੇ ਇੱਕ ਜਿਹੜੇ ਸਾਡੇ ਟ੍ਰੈਜਰਰ ਨੇ ਕਮਲਦੀਪ ਸਿੱਧੂ, ਉਹ ਵੀ ਸਾਰੇ ਟੀਚਰ ਦੀ ਜੌਬ ਕਰਦੇ ਨੇ ਫੁੱਲ ਟਾਈਮ, ਉਹ ਸਾਡੇ ਸੈਕਟਰੀ ਨੇ। ਤੇ ਕਮਲਦੀਪ ਸਿੰਘ ਜਿਹੜੇ ਨੇ ਸਾਡੇ, ਉਹ ਡਾਟਾ ਐਨਾਲਿਸਟ ਨੇ ਵੈਸੇ, ਪਰ ਉਹ ਵਾਈਸ ਪ੍ਰੈਜ਼ੀਡੈਂਟ ਨੇ। ਤੇ ਜਿਹੜੇ ਸਾਡੇ ਪੁਰਾਣੇ ਪਾਸਟ ਪ੍ਰੈਜ਼ੀਡੈਂਟ ਐਜ਼ ਸਾਡੀ ਜਿਹੜੀ ਟ੍ਰੈਡੀਸ਼ਨ ਦੇ ਹਿਸਾਬ ਨਾਲ ਜਿਹੜੇ ਪਾਸਟ ਪ੍ਰੈਜ਼ੀਡੈਂਟ ਹੁੰਦੇ ਨੇ ਉਹ ਵੀ ਕਮੇਟੀ ਮੈਂਬਰ ਹੁੰਦੇ ਨੇ। ਉਸ ਤੋਂ ਪਿਆਰਾ ਸਿੰਘ ਰੰਧਾਵਾ ਵੀ ਕਮੇਟੀ ਮੈਂਬਰ ਨੇ, ਤੇ ਇੱਕ ਮੈਂਬਰ ਐਟ ਲਾਰਜ ਨੇ ਜਿਹੜੇ ਕਿ ਰਿਟਾਇਰਡ ਨੇ ਪਰ ਥੋੜੀ ਜੌਬ ਕਰਦੇ ਇੱਕ ਅਖਬਾਰ ਦੇ ਨਾਲ, ਸਰਦਾਰ ਜੱਸਲ, ਉਹਨਾਂ ਦਾ ਬੇਸ ਇੱਥੇ ਹੈਗਾ BC ਦੇ ਵਿੱਚ, ਉਹਨਾਂ ਦੇ ਫਰੈਂਡਸ ਨੇ। ਤੇ ਜਿਹੜੇ ਸਾਰੇ ਇਹ ਸਾਡੀ ਜਿਹੜੀ ਮੇਨ ਐਗਜ਼ੈਕਟਿਵ ਹੈਗੀ ਹੈ, ਉਹਦੇ ਸਾਰੇ ਮੈਂਬਰ ਨੇ, 3 ਲੇਡੀਜ਼ ਨੇ ਤੇ 3 ਬਾਕੀ ਦੇ ਜਿਹੜੇ ਜੈਂਟਸ ਨੇ, ਪਰ ਸਾਰੇ ਅਸੀਂ ਜਿਹੜੇ ਰਲ ਕੇ ਕੰਮ ਕਰਦੇ ਹਾਂ ਜੀ। ਬਾਕੀ ਜਿਹੜੀ ਫੰਡ ਰੇਜ਼ਿੰਗ ਦੇ ਹਿਸਾਬ ਦੇ ਨਾਲ ਜਿਹੜੀ ਰੈਕੋਰਡ ਮੇਨਟੇਨੈਂਸ ਹੈ ਉਹ ਅਸੀਂ ਸਾਰੇ ਰਲ ਮਿਲ ਕੇ ਕਰਦੇ ਹਾਂ। ਤੇ ਪਰ ਇਹਦੇ 'ਚ ਇਹ ਵੀ ਅਸੀਂ ਕਾਫੀ ਟੀਅਰਸ ਬਣਾਏ ਹੋਏ ਨੇ, ਜਿੱਦਾਂ ਸਾਡੇ ਮਨਵਿੰਦਰ ਕੌਰ ਹੋਰੀ ਨੇ, ਸਾਡੇ ਟ੍ਰੈਜਰਰ ਨੇ, ਉਹ ਸਾਰੀਆਂ ਰਸੀਦਾਂ ਲਿਖ ਕੇ ਤੇ ਰੈਕੋਰਡ ਕੀਪਿੰਗ ਜਿਹੜੀ ਲੈਜਰ ਦੇ ਵਿੱਚ ਕਰਦੇ ਨੇ। ਤੇ ਜਿਹੜੇ ਕਮਲ ਸਿੱਧੂ ਨੇ, ਉਹਨਾਂ ਦੀ ਹੈਲਪ ਕਰਦੇ ਨੇ ਉਹਦੇ ਵਿੱਚ। ਤੇ ਮੈਂ ਉਹ ਹਰ ਇੱਕ ਚੀਜ਼ ਨੂੰ ਦੇਖ ਕੇ ਕਿਸੇ ਚੀਜ਼ 'ਚ ਕੋਈ ਆਪਾਂ ਨੂੰ ਇੰਪਰੂਵਮੈਂਟ ਕਰਨ ਦੀ ਲੋੜ ਹੈ ਤਾਂ ਸੁਪਰਵਾਈਜ਼ ਕਰਕੇ ਉਸ ਚੀਜ਼ਾਂ ਨੂੰ ਦੁਬਾਰਾ ਕਰਕੇ ਅਸੀਂ ਫਿਰ ਕਮਿਊਨੀਕੇਟ ਕਰ ਲੈਂਦੇ ਹਾਂ ਵੀ ਕਿੱਥੇ ਕਿਸ ਚੀਜ਼ ਨੂੰ ਬੈਟਰ ਕਿੱਦਾਂ ਕੀਤਾ ਜਾ ਸਕਦਾ। ਸੋ ਰੈਕੋਰਡ ਕੀਪਿੰਗ ਜਿਹੜੀ ਹੈ ਅਸੀਂ ਰਲ ਮਿਲ ਕੇ ਕਰਦੇ ਹਾਂ ਜੀ। ਤੇ ਹਾਂਜੀ ਵੀ ਸੋ ਕਾਫੀ ਸਾਰੇ ਜਣੇ ਜਿਹੜੇ ਤੁਸੀਂ ਦੱਸੇ ਉਹਨਾਂ ਦੇ ਵਿੱਚ ਕਈ ਜੌਬ ਕਰਦੇ ਆ, ਤੁਸੀਂ ਵੀ ਜੌਬ ਕਰਦੇ ਹੋ ਫੁੱਲ ਟਾਈਮ। ਸੋ ਫਿਰ ਉਸ ਦੌਰਾਨ ਕਿਵੇਂ ਗੁਰਦੁਆਰਾ ਸਾਹਿਬ ਦਾ ਸਾਰਾ ਮੈਨੇਜ ਕਰਦੇ ਹੋ? ਕਈ ਫੈਸਲੇ ਲੈਣੇ ਜਾਂ ਉੱਥੇ ਓਵਰਆਲ ਫੁੱਲ ਟਾਈਮ ਲਈ ਰਹਿਣਾ, ਫਿਰ ਉਹ ਕੌਣ ਦੇਖਦਾ? ਨਹੀਂ, ਫੁੱਲ ਅਸੀਂ ਉਹ ਵਿੱਚੋਂ ਹੀ ਕਰਦੇ ਰਹਿੰਦੇ ਹਾਂ। ਹਾਂਜੀ, ਜਿੱਦਾਂ ਹੁਣ ਜੇ ਤੁਸੀਂ ਮੇਰਾ ਸਕੈਜੂਲ ਦੇਖੋ ਤਾਂ ਕਈ ਵਾਰੀ ਮੈਂ ਸਵੇਰੇ 4 ਵਜੇ ਉੱਠ ਕੇ ਸਭ ਤੋਂ ਪਹਿਲਾਂ ਮੇਰਾ ਗੁਰਦੁਆਰਾ ਸਾਹਿਬ ਦਾ ਕੰਮ ਕਰਦੀ, ਪਹਿਲੇ 2 ਘੰਟੇ। ਕਿਉਂਕਿ ਅਸੀਂ ਜਿਹੜੇ ਡੋਨੇਸ਼ਨਸ ਆ ਰਹੀਆਂ ਹੁੰਦੀਆਂ, ਤੁਸੀਂ ਆਨਲਾਈਨ ਕਿੰਨੀਆਂ ਸਾਰੀਆਂ ਪੋਰਟਲ ਅਸੀਂ ਸਟਾਰਟ ਕੀਤੇ ਆ, ਇਕੱਲੀ ਪੋਰਟਲ ਤੋਂ ਚੈੱਕ ਕਰਕੇ, ਬੈਂਕ ਅਕਾਊਂਟ ਚੈੱਕ ਕਰਕੇ ਸਾਰੇ ਅਸੀਂ ਇੱਕ ਐਕਸਲ ਸ਼ੀਟ, ਗੂਗਲ ਸ਼ੀਟਸ ਬਣਾਈਆਂ ਵਾ, ਜਿਹਦੇ ਲਿੰਕ ਅਸੀਂ ਆਪਣੀ ਸੰਗਤ ਨੂੰ ਭੇਜਿਆ ਹੋਇਆ ਈਮੇਲ ਦੇ ਥਰੂ, WhatsApp ਗਰੁੱਪ ਦੇ ਥਰੂ, Facebook ਪੇਜ ਦੇ ਥਰੂ। ਕੋਈ ਸੰਗਤ ਉਹਨਾਂ ਨੂੰ ਕਿਹਾ ਹੈ ਸੇਵ ਕਰਕੇ ਰੱਖੋ, ਉਹਨੂੰ ਹਰ ਰੋਜ਼ ਅਪਡੇਟ ਕਰਦੇ ਆ। ਉਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਡੋਨੇਸ਼ਨ ਆਈ ਹੈ, ਪੇਪਾਲ ਦੇ ਥਰੂ ਆਈ ਹੈ, ਟ੍ਰਾਂਸਫਰਸ ਕਿੰਨੀਆਂ ਆਈਆਂ, ਕੈਸ਼ ਕਿੰਨਾ ਆਇਆ, ਹਰ ਇੱਕ ਚੀਜ਼ ਨੂੰ ਅਸੀਂ ਰੋਜ਼ ਅਪਡੇਟ ਕਰਦੇ ਹਾਂ। ਅਰਲੀ ਮਾਰਨਿੰਗ ਐਵਰੀ ਡੇ ਪਿਛਲੇ ਦਿਨ ਦਾ ਚੈੱਕ ਕਰਕੇ ਉਹਨੂੰ ਅਪਡੇਟ ਕਰਦੇ ਆ, ਤਾਂ ਸੰਗਤ ਨੂੰ ਰੋਜ਼ ਪਤਾ ਹੁੰਦਾ ਵੀ ਕਿੰਨੇ ਪੈਸੇ ਆਏ ਤੇ ਕਿੰਨੇ ਗਏ। ਬਾਕੀ ਜਿਹੜੇ ਸਾਡੇ ਅਸੀਂ
ਦਿਨ ਦੇ ਟਾਈਮ ਤੇ ਕੰਮ ਦੇ ਵਿੱਚ ਕੰਮ ਕਰਦੇ ਵਿੱਚੋਂ ਵੀ ਅਸੀਂ ਜੇ ਕਿਸੇ ਦਾ ਮੈਸੇਜ ਆਉਂਦਾ ਤਾਂ ਕਮਿਊਨੀਕੇਟ ਹੁੰਦਾ ਰਹਿੰਦਾ। ਬਾਕੀ ਜਿੱਦਾਂ ਮੇਰੇ ਹਸਬੰਡ ਨੇ ਉਹ ਰਿਟਾਇਰਡ ਨੇ, ਉਸ ਟਾਈਮ ਤੇ ਉਹ ਆਰਗੇਨਾਈਜ਼ ਕਰ ਲੈਂਦੇ ਨੇ, ਜਾ ਕੇ ਦੇਖ ਲੈਂਦੇ ਨੇ। ਬਾਕੀ ਕਮਿਊਨਿਟੀ ਦੇ ਵਿੱਚ ਸਾਡੇ ਜਿੱਦਾਂ ਇੱਕ ਸਾਡਾ ਜਿਹੜੀ ਬਿਲਡਿੰਗ ਕਮੇਟੀ ਹੈ ਉਹਦੇ ਵਿੱਚ ਸਾਰੇ ਦੇ ਚਾਰੇ ਜਿਹੜੇ 4-5 ਨੇ ਸਾਰੇ IT ਪ੍ਰੋਫੈਸ਼ਨਲ ਨੇ, ਉਹ ਵੀ ਕਿਉਂਕਿ ਉਹਨਾਂ 'ਚ ਕਾਫੀ ਸਾਰੇ ਘਰੋਂ ਕੰਮ ਕਰਦੇ ਨੇ, ਉਹ ਵੀ ਆਰਗੇਨਾਈਜ਼ ਕਰ ਲੈਂਦੇ ਨੇ। ਸੋ ਉਸ ਤੋਂ ਕਮਿਊਨੀਕੇਸ਼ਨ ਅਸੀਂ ਰੱਖਦੇ ਹਾਂ ਮੇਨਲੀ। ਜੇ ਕਿਸੇ ਨੂੰ ਗੁਰਦੁਆਰੇ 'ਚ ਕਿਸੇ ਨੂੰ ਜਿਹੜੇ ਵਰਕਰਸ ਨੇ ਹੁੰਦੀ ਉਹਨਾਂ ਨੂੰ ਸਭ ਤੋਂ ਪਹਿਲਾਂ ਮੇਰੇ ਕੋਲ ਰੀਚ ਆਊਟ ਕਰਦੇ ਨੇ, ਤੇ ਫਿਰ ਮੈਂ ਕਿਸੇ ਨੂੰ ਕਹਿ ਦਿੰਦੀ ਹਾਂ ਵੀ ਤੁਸੀਂ ਕਿਹਦੇ ਕੋਲ ਅਵੇਲੇਬਿਲਿਟੀ ਹੈ, ਕਿਉਂਕਿ ਅਸੀਂ ਬਹੁਤ ਜ਼ਿਆਦਾ ਕਮਿਊਨੀਕੇਟ ਕਰਦੇ ਹਾਂ ਵੀ ਅਸੀਂ ਮੈਨੇਜ ਕਰ ਲੈਂਦੇ ਹਾਂ। ਫਿਰ ਜਿਹਦੇ ਕੋਲ ਜੋ ਉਸ ਟਾਈਮ ਤੇ ਟਾਈਮ ਹੁੰਦਾ ਉਸ ਚੀਜ਼ ਨੂੰ ਹੈਂਡਲ ਕਰ ਲੈਂਦਾ। ਸਾਡੇ ਇੱਕ ਵਲੰਟੀਅਰਸ ਦੇ ਗਰੁੱਪ ਬਣੇ ਹੋਏ ਨੇ, ਇੱਕ ਸੇਵਾਦਾਰ ਗਰੁੱਪ ਹੈ, ਇੱਕ ਫੰਡ ਰੇਜ਼ਿੰਗ ਗਰੁੱਪ ਹੈ, ਉਹਦੇ ਵਿੱਚ ਆਲਮੋਸਟ 200 ਬੱਚੇ ਨੇ। ਜੇ ਕਿਸੇ ਵੀ ਚੀਜ਼ ਦੀ ਲੋੜ ਹੈ, ਮੰਨ ਲਓ ਕਿ ਇੱਕ ਕੰਟਰੈਕਟਰ ਨੇ ਮੈਨੂੰ ਮੈਸੇਜ ਕੀਤਾ ਕਿ ਮੈਨੂੰ ਆਹ ਸਮਾਨ ਚਾਹੀਦਾ, ਜੇ ਕੋਈ ਮੈਨੂੰ ਲਿਆ ਕੇ ਦੇ ਸਕਦਾ ਤੇ ਮੈਨੂੰ ਰਾਈਟ ਰਾਓ ਚਾਹੀਦਾ, ਸਾਡਾ ਕੰਮ ਰੁਕ ਜਾਏਗਾ, ਤਾਂ ਗਰੁੱਪ ਦੇ ਵਿੱਚ ਪਾਉਂਦੇ ਕੋਈ ਅਵੇਲੇਬਲ ਹੈਗਾ ਜਿਹੜਾ ਆ ਸਮਾਨ ਇੱਥੋਂ ਲੈ ਕੇ, ਔਰ ਜਿੱਦਾਂ ਉਹਨੂੰ ਕੰਟਰੈਕਟਰ ਨੂੰ ਕਿਹਾ ਕਿ ਤੂੰ ਫੋਨ ਕਰਕੇ ਸਮਾਨ ਆਰਡਰ ਕਰ ਦੇ, ਮੈਂ ਫੋਨ ਕਰਕੇ ਪੇ ਕਰ ਦਿੰਦੀ ਹਾਂ ਤੇ ਉਹ ਕੋਈ ਵਰਕਰ ਚੁੱਕ ਜਾ ਕੇ ਉਹਨਾਂ ਨੂੰ ਦੇ ਆਏਗਾ। ਸੋ ਅਸੀਂ ਇਹਨੂੰ ਆਰਗੇਨਾਈਜ਼ ਕਰ ਲੈਂਦੇ ਹਾਂ। ਹਾਂਜੀ, ਕਿਉਂਕਿ ਜੌਬ ਤੇ ਸਭ ਨੇ ਕਰਨੀ ਹੈ ਨਾ, ਜੌਬ ਤੇ ਤੋਂ ਬਿਨਾਂ ਤੇ ਗੁਜ਼ਾਰਾ ਨਹੀਂ, ਕੰਮ ਤੇ ਸਾਰੇ ਕਰ ਹੀ ਰਹੇ ਨੇ, ਪਰ ਉਹ ਗੁਰਦੁਆਰਾ ਸਾਹਿਬ ਦੇ ਕੰਮ ਜ਼ਰੂਰੀ ਹੈ। ਪਰ ਜਿਹੜੇ ਵਲੰਟੀਅਰ ਨੇ ਸਾਡੇ, ਜੇ ਤੁਸੀਂ ਉਹਨਾਂ ਦਾ ਐਂਥੂਸੀਆਜ਼ਮ ਦੇਖੋ, ਤੇ ਜਦੋਂ ਉਹਨਾਂ ਨੂੰ ਕੋਈ ਮੈਸੇਜ ਪਾਈਦਾ ਨਾ, ਤੇ ਇੱਕ ਤੋਂ ਵੱਧ 4-5-6 ਰਿਪੋਰਟ ਉਸੇ ਵਕਤ ਆ ਜਾਂਦੇ ਨੇ ਕਿ ਮੈਂ ਇੱਥੇ ਆ, ਮੈਂ ਇੰਨੀ ਤਰੀਕ ਨੂੰ ਇੰਨੇ ਮਿੰਟ 'ਚ ਆ ਸਕਦਾ, ਮੈਂ ਆਹ ਕਰ ਸਕਦਾ। ਕਈ ਵਾਰੀ ਤਾਂ ਇੱਦਾਂ ਹੋਇਆ ਕਿ ਜਿੱਦਾਂ ਇੱਕ ਵਾਰੀ ਉੱਪਰ ਵਾਲੇ ਦੀਵਾਨ ਹਾਲ ਦੇ ਵਿੱਚ ਉਹਨਾਂ ਨੇ ਇਨਫਲੋਰ ਹੀਟਿੰਗ ਪਾ ਰਹੇ ਸੀ, ਤਾਂ ਉਹ ਕਹਿੰਦੇ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਇੱਥੇ ਕਿਸੇ ਨੇ ਥੋੜਾ ਕਾਰਪੈਂਟਰ ਨੇ ਕੰਮ ਕੀਤਾ, ਡੈਬਰੀਸ ਹੈ, ਅਸੀਂ ਜਿਹੜਾ ਕਿ ਬਿਲਕੁਲ ਕਲੀਨ ਹੋਣਾ ਚਾਹੀਦਾ। ਤੇ ਮੈਂ ਮੈਸੇਜ ਪਾਇਆ ਕਿ ਸਾਨੂੰ ਕਿਸੇ ਨੂੰ ਝਾੜੂ ਲਿਜਾ ਕੇ ਉੱਪਰ ਸਾਫ਼ ਕਰਨਾ ਪਏਗਾ, ਨਹੀਂ ਤਾਂ ਆਪਾਂ ਡਿਲੇ ਹੋ ਜਾਏਗਾ ਕੰਮ। ਤੇ ਹਲੇ 20 ਮਿੰਟਸ ਹੀ ਹੋਏ ਸੀਗੇ ਤੇ ਕਿਸੇ ਨੇ ਉੱਥੇ ਜਾ ਕੇ ਸਫਾਈ ਕਰਨੀ ਸ਼ੁਰੂ ਵੀ ਕਰਤੀ, ਤੇ ਵਿਦਨ ਹਾਫ ਐਨ ਆਵਰ ਜਦੋਂ ਬਾਕੀਆਂ ਦਾ ਰਿਪੋਰਟ ਆਇਆ, ਉਹ ਕਹਿੰਦੇ ਅਸੀਂ ਖਤਮ ਵੀ ਹੋ ਗਿਆ ਕੰਮ, ਸਫਾਈ ਹੋ ਗਈ, ਸਭ ਕੁਝ, ਐਵਰੀਥਿੰਗ ਇਜ਼ ਗੁੱਡ ਨਾਓ। ਸੋ ਅਸੀਂ ਇੱਦਾਂ ਮੈਨੇਜ ਕਰ ਲੈਂਦੇ ਹਾਂ ਇੱਕ ਦੂਸਰੇ ਨਾਲ ਕੋਆਪਰੇਟ ਕਰਕੇ। ਸਾਡੀ ਜਿਹੜੀ ਕਮਿਊਨਿਟੀ ਹੈ ਬਹੁਤ ਹੈਲਪਫੁਲ ਹੈ। ਜਿਹੜੇ ਯੰਗ ਬੱਚੇ ਆਪਾਂ ਕਹਿੰਦੇ ਹਾਂ ਯੰਗ ਬੱਚਿਆਂ ਤੇ ਕਰਦੇ ਹਾਂ, ਪਰ ਸਾਡੇ ਯੰਗ ਬੱਚੇ ਨੇ, ਮੈਂ ਕਹਿੰਦੀ ਹਾਂ ਸਾਨੂੰ ਉਹਨਾਂ ਨੂੰ ਬਹੁਤ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੀ ਸਾਡੀ ਯੰਗ ਨੈਕਸਟ ਜਨਰੇਸ਼ਨ ਹੈ ਇੰਟੈਲੀਜੈਂਟ ਤੇ ਹੈਗੀ ਹੋਈ ਹੈ, ਪਰ ਉਹਨਾਂ ਦੇ ਜੋਸ਼ ਵੀ ਬਹੁਤ ਹੈ, ਉਹਨਾਂ ਦਾ ਦਿਲ ਵੀ ਕਰਦਾ ਵਾ ਕਿ ਉਹਨਾਂ ਨੂੰ ਸਿਰਫ ਐਪਰੀਸ਼ੀਏਸ਼ਨ ਦੀ ਤੇ ਗਾਈਡੈਂਸ ਦੀ ਲੋੜ ਹੈ, ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਾਂਗੇ, ਗਾਈਡ ਕਰਾਂਗੇ, ਉਹ ਬਹੁਤ ਜ਼ਿਆਦਾ ਐਂਥੂਸੀਆਸਟਿਕਲੀ ਕੰਮ ਕਰਦੇ ਨੇ। ਮੈਂ ਕਹਿ ਸਕਦੀ ਹਾਂ ਕਿ ਮੈਨੂੰ ਬਹੁਤ ਮਾਣ ਹੈ ਸਾਡੇ ਜਿਹੜੇ ਯੰਗ ਬੱਚੇ ਆ ਉਹਨਾਂ ਤੇ। ਬਿਲਕੁਲ। ਸੋ ਅਸੀਂ ਗੱਲ ਕਰ ਰਹੇ ਸੀਗੇ ਵੀ ਟਰਸਟ ਜਿਹੜਾ ਹੈ ਨਾ ਕਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਹੈਲੀਫੈਕਸ ਕਮਿਊਨਿਟੀ ਤੋਂ ਮਦਦ ਮੰਗੀ, ਤੁਸੀਂ BC ਦੇ ਵਿੱਚ ਵੀ ਆਏ ਹੋ, ਲੋਕ ਵੱਧ ਚੜ ਕੇ ਤੁਹਾਡਾ ਸਾਥ ਵੀ ਦੇ ਰਹੇ ਨੇ। ਇੱਕ ਸਿਮਰ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਕਿਸੇ ਨੇ ਆਪਣਾ ਪੈਸਾ ਦੇਣਾ ਹੁੰਦਾ ਹੈ, ਫੰਡ ਰੇਜ਼ ਕਰਨਾ ਹੁੰਦਾ ਹੈ, ਤਾਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ, ਦਿਮਾਗ ਦੇ ਵਿੱਚ ਹੁੰਦੀਆਂ ਨੇ, ਔਰ ਸਪੈਸ਼ਲੀ ਜਿਹੜੀ ਪਾਰਟੀ ਨੂੰ ਫੰਡ ਦੇਣਾ ਹੈ ਉਸ ਪਾਰਟੀ ਤੇ ਉਹਨਾਂ ਦਾ ਭਰੋਸਾ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਕਿ ਉਹ ਵੱਧ ਚੜ ਕੇ ਮਦਦ ਜਿਹਦੀ ਕਰ ਰਹੇ ਨੇ ਉਹਦੇ ਬਾਰੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਸੋ ਲੋਕ ਜਦੋਂ ਫੰਡ ਰੇਜ਼ ਕਰਨ, ਤੁਹਾਡੀ ਮਦਦ ਕਰਨਾ ਚਾਹੁੰਦੇ ਨੇ, ਗੁਰਦੁਆਰਾ ਸਾਹਿਬ ਬਣਾਉਣ ਦੇ ਵਿੱਚ ਮਦਦ ਕਰਨਾ ਚਾਹੁੰਦੇ ਨੇ, ਤਾਂ ਲੋਕ ਤੁਹਾਡੇ ਤੇ ਟਰਸਟ ਜਿਹੜਾ ਉਹ ਕਿਵੇਂ ਕਰ ਸਕਦੇ ਨੇ ਜਾਂ ਕਿਉਂ ਕਰਨ? ਹਾਂਜੀ, ਨਹੀਂ, ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ। 2-3 ਗੱਲਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ। ਮੈਂ ਆਪ ਫਾਈਨੈਂਸ਼ੀਅਲੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਕਿਉਂਕਿ ਅਸੀਂ ਆਪ ਵੈਲ ਪ੍ਰਮਾਤਮਾ ਦੀ, ਵਾਹਿਗੁਰੂ ਦੀ ਬੜੀ ਮਿਹਰ ਹੈ। ਤੇ ਦੂਸਰੀ ਜਿਹੜੀ ਇਹਦੀ ਰੈਕੋਰਡ ਕੀਪਿੰਗ ਹੈ, ਗੁਰਦੁਆਰੇ ਦੇ ਜਿਹੜੇ ਪੈਸੇ ਇੱਕ ਸੈਂਟ ਨੂੰ ਕਾਊਂਟ ਕਰਕੇ ਗਿਣਿਆ ਜਾਂਦਾ, ਤੇ ਲਾਸਟ ਈਅਰ ਦੇ ਜਿਹੜੀਆਂ ਤੇ ਉਹਨਾਂ ਨੂੰ ਪਬਲਿਕ ਕੀਤਾ ਜਾਂਦਾ ਜੀ, ਪਬਲਿਕ ਜਿਹੜੀ ਸਾਡੀ ਲਾਸਟ। ਬਿਲਕੁਲ, ਇਹ ਜਿਹੜੀ ਪਾਰਦਰਸ਼ਤਾ ਹੈ ਜਿਹੜੀ ਇਹ ਕਿਵੇਂ ਹੁੰਦੀ ਹੈ? 100% ਟਰਾਂਸਪੇਰੈਂਸੀ ਦੇ ਨਾਲ ਅਸੀਂ ਕੰਮ ਕਰਦੇ ਹਾਂ। ਜਿਹੜੇ ਤੁਹਾਨੂੰ ਮੈਂ ਦੱਸਿਆ ਗੂਗਲ ਸ਼ੀਟਸ ਦੇ ਉੱਤੇ ਹਰ ਇੱਕ ਪੋਰਟਲ ਤੋਂ ਆਏ ਇੱਕ ਸੈਂਟ ਨੂੰ ਕਾਊਂਟ ਕਰਕੇ ਅਪਡੇਟ ਕੀਤਾ ਜਾਂਦਾ, ਹਰ ਇੱਕ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਅਪਡੇਟ ਕੀਤਾ ਜਾਂਦਾ, ਤਾਂ ਜੋ ਉਹਦੇ 'ਚ ਪਹਿਲਾਂ ਬੈਂਕ ਦੇ ਵਿੱਚ ਰੈਕੋਰਡ ਕੁਝ ਆਏ ਚੈੱਕ ਕਰਦਾ। ਫਿਰ ਜਦੋਂ ਤੁਸੀਂ ਜਿਹੜੇ ਸਾਡੇ ਈਅਰ ਐਂਡ ਫਾਈਨੈਂਸ਼ੀਅਲ ਸਟੇਟਮੈਂਟਸ ਬਣਦੀਆਂ ਵਾ, ਉਹਨਾਂ ਨੂੰ 100% ਰੀਕਨਸਾਈਲ, ਲਾਸਟ ਈਅਰ ਮੈਂ ਆਪ ਰੀਕਨਸਾਈਲ ਕੀਤੀਆਂ, ਕਿਉਂਕਿ ਕਾਫੀ ਜ਼ਿਆਦਾ ਡੋਨੇਸ਼ਨਸ ਆਈਆਂ ਸੀਗੀਆਂ ਤੇ ਸੀਗਾ ਕੋਈ ਚੀਜ਼ ਮਿਸ ਨਾ ਹੋ ਜਾਏ। ਜਿਹੜੇ ਸਾਡੇ ਟ੍ਰੈਜਰਰ ਨੇ ਉਹ ਲੈਜਰ ਤੇ ਮੈਨੂਅਲੀ ਮੇਨਟੇਨ ਕਰਦੇ ਨੇ, ਰੋਜ਼ ਦੀਆਂ ਡੋਨੇਸ਼ਨ ਲਿਖ ਕੇ, ਤੇ ਮੈਂ ਆਨਲਾਈਨ ਮੇਨਟੇਨ ਕਰਦੀ ਹਾਂ। ਤੇ ਉਹ ਜਿਹੜਾ ਸੀ ਲਾਸਟ ਈਅਰ ਅਸੀਂ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟ ਸੀਗੀਆਂ ਉਹਨਾਂ ਨੂੰ ਟੂ ਦਾ T ਅਸੀਂ ਰੀਕਨਸਾਈਲ ਕੀਤਾ। ਉਹਦੇ ਵਿੱਚ ਅਸੀਂ ਜਿਹੜੇ ਕਿਹੜੇ ਪੋਰਟਲ ਤੋਂ ਕਿੰਨੀਆਂ ਡੋਨੇਸ਼ਨਸ ਆਈਆਂ ਤੇ ਕਿੰਨੀ ਪੇਮੈਂਟ ਗਈ ਤੇ ਕਿੰਨਾ ਬਚਿਆ, ਉਹ ਟੂ ਦਾ T ਸਾਰਾ ਰੀਕਨਸਾਈਲ ਹੋ ਗਿਆ ਸੀ। 1% ਵੀ ਇੱਕ ਪੈਸੇ ਦਾ ਹੀ ਫਰਕ ਨਹੀਂ ਸੀਗਾ। ਤੇ ਉਹ ਅਸੀਂ ਸਾਰੀ ਚੀਜ਼ਾਂ ਪਬਲਿਕ ਵੀ ਕਰਦੇ ਹਾਂ, ਅਸੀਂ ਆਪਣੀ ਗੂਗਲ ਡਰਾਈਵ ਦੇ ਵਿੱਚ ਪਾ ਕੇ ਉਹਦਾ ਲਿੰਕ ਪਬਲਿਕ ਨਾਲ ਸ਼ੇਅਰ ਕਰਦੇ ਹਾਂ। ਕੋਈ ਬੰਦਾ ਉਹਨੂੰ ਚੈੱਕ ਕਰ ਸਕਦਾ ਤੇ ਕੋਈ ਬੰਦਾ ਉਹਨੂੰ ਕੁਐਸਚਨ ਜਿਹੜਾ ਸਵਾਲ ਪੁੱਛ ਸਕਦਾ, ਤੇ ਉਹ ਕਿਉਂਕਿ ਪਬਲਿਕ ਦਾ ਪੈਸਾ ਹੈ, ਸਭ ਤੋਂ ਇੰਪੋਰਟੈਂਟ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ ਕਿੱਥੇ ਲੱਗ ਰਿਹਾ। ਬਾਕੀ ਜਿਹੜਾ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਦਾ ਕੰਮ ਹੈ ਉਹਦੇ 'ਚ 100% ਪੇਮੈਂਟ ਜਾਂ ਕ੍ਰੈਡਿਟ ਕਾਰਡ ਨਾਲ ਹੁੰਦੀ ਹੈ ਤੇ ਜਾਂ ਤੁਸੀਂ ਕਰਦੇ ਹੋ ਚੈੱਕ ਦੇ ਨਾਲ।
ਕੋਈ ਕੈਸ਼ ਪੇਮੈਂਟ ਨਹੀਂ ਹੁੰਦੀ ਕਿਸੇ ਨੂੰ, ਤਾਂ ਜੋ ਦਾ ਰੈਕੋਰਡ ਕੀਪਿੰਗ ਹੋ ਸਕੇ। ਤੁਸੀਂ ਚੈੱਕ ਜਿਹੜੇ ਆ ਕਦੇ ਵੀ ਟਾਈਮ ਬੈਂਕ 'ਚੋਂ ਖੋਲ ਕੇ ਦੇਖ ਸਕਦੇ ਹੋ ਕਿਹਦੇ ਗਿਆ, ਕਿਹੜੇ ਬੈਂਕ 'ਚ ਡਿਪੋਜ਼ਿਟ ਹੋਇਆ ਨਾ, ਤੇ ਉਹਨੂੰ ਵੀ ਅਸੀਂ ਪਬਲਿਕ ਕਰਦੇ ਹਾਂ ਜਿਹੜੀਆਂ ਹੁੰਦੀਆਂ। ਬਾਕੀ ਜਿਹੜਾ ਅਸੀਂ ਸਾਰਾ ਜਿਹੜਾ ਕੰਸਟਰਕਸ਼ਨ ਦਾ ਕੋਰਸ ਲੈ ਕੇ ਬੈਸਟ ਜਿਹੜੀ ਪੋਸੀਬਲ ਜਿਹੜੀ ਹੈਗੀ ਹੈ ਉਹ ਕੋਰਟ ਦੇ ਨਾਲ ਅਸੀਂ ਕੰਮ ਸਟਾਰਟ ਕਰਦੇ ਹਾਂ। ਜੇ ਕਿਤੇ ਸਾਨੂੰ ਕੋਈ ਬਹੁਤ ਐਕਸਪੈਂਸਿਵ ਲੱਗਿਆ ਅਸੀਂ ਇੱਧਰ ਸ਼ਾਪ ਰਾਉਂਡ ਵੀ ਕਰਦੇ ਹਾਂ। ਜਿੱਦਾਂ ਸਾਡੇ ਕੋਲ ਲਾਸਟ ਈਅਰ ਸਾਨੂੰ ਲੱਗਾ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਫਰੰਟ ਪਾਰਟ ਜਿਹੜਾ ਸਾਡੀ ਗੁਰਦੁਆਰਾ ਸਾਹਿਬ ਦੀ ਰੂਫ ਹੈ ਉਹ ਸਟ੍ਰੇਟ ਰੂਫ ਹੈ, ਫਲੈਟ ਰੂਫ ਹੈ, ਉਹ ਕਾਫੀ ਐਕਸਪੈਂਸਿਵ ਹੈ ਟਾਰਚ ਰੂਫ ਕਰਵਾਉਣਾ। ਸਾਡੇ ਉੱਥੇ ਨੋਵਾ ਸਕੋਸ਼ੀਆ ਦੇ ਸਾਨੂੰ ਜਿੱਦਾਂ 89,000 ਦਾ ਉਹਦਾ ਕੋਡ ਮਿਲਿਆ ਸੀ, ਤੇ ਸਾਨੂੰ ਅਸੀਂ ਟੋਰਾਂਟੋ ਤੋਂ ਸਾਡੇ ਇੱਕ ਸਰਬੋਲੋ ਇੰਕ ਵਾਲੇ ਨੇ ਆਪਣੇ ਪੰਜਾਬੀ ਜਿਹੜੇ ਨੇ ਕੰਟਰੈਕਟਰ, ਉਹਨਾਂ ਨੇ ਸਾਡਾ ਉੱਥੋਂ ਸਮਾਨ ਵੀ ਖਰੀਦ ਕੇ ਭਜਾ ਕੇ ਸਾਡਾ 27-28,000 ਦੇ ਵਿੱਚ ਕਰਾ ਦਿੱਤਾ। ਸੋ ਅਸੀਂ ਬੈਸਟ ਪੋਸੀਬਲ ਪ੍ਰਾਈਸ ਤੇ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਤੇ ਸਾਰੇ ਜਿਹੜੇ ਰੈਕਟਸ ਨੇ ਮੇਨਟੇਨ ਅਪਡੇਟ ਕਰਦੇ ਹਾਂ। ਸਾਨੂੰ ਪਤਾ ਟਾਈਮ ਦੀ ਥੋੜੀ ਸ਼ਾਰਟੇਜ ਹੈ, ਮੁਝੇ ਹਰ ਵੀਕਐਂਡ ਤੇ ਮੈਂ ਕੋਸ਼ਿਸ਼ ਕਰਦੇ ਕਿ ਹਰ ਕੋਈ ਚੱਕਲੀ ਚੀਜ਼ ਅਪਡੇਟ ਹੋ ਜਾਏ, ਪ੍ਰੋਪਰ ਹੋ ਸਕੇ ਹਰ ਚੀਜ਼ ਦਾ। ਤੇ ਕਿਸੇ ਵੀ ਕਿਸੇ ਵੀ ਕਮਿਊਨਿਟੀ ਮੈਂਬਰ ਨੂੰ ਕਿਸੇ ਵੀ ਟਾਈਮ ਤੇ ਕੁਐਸਚਨ ਹੋਵੇ ਕਿਸੇ ਵੀ ਤਰ੍ਹਾਂ ਦਾ, ਤਾਂ ਮੈਨੂੰ ਜਿਹੜੇ ਮੇਰੇ ਫੋਨ ਨੰਬਰ ਤੇ ਸੰਪਰਕ ਕਰਕੇ ਉਹ ਲੈ ਸਕਦੇ ਨੇ। ਹਰ ਤਰ੍ਹਾਂ ਦੀ ਰੈਕੋਰਡ ਕੀਪਿੰਗ ਫੁੱਲੀ ਮੇਨਟੇਨਡ ਅਪਡੇਟਡ ਰਹਿੰਦੀ ਹੈ ਜੀ। ਸੋ ਹੁਣ ਤੱਕ ਤੁਹਾਨੂੰ ਕਿੰਨੀ ਕੁ ਮਦਦ ਮਿਲ ਚੁੱਕੀ ਹੋਈ ਹੈ, ਔਰ ਸਪੈਸ਼ਲੀ ਤੁਸੀਂ BC ਦੇ ਵਿੱਚ ਆਏ ਹੋ, BC ਦੀ ਕਮਿਊਨਿਟੀ ਜਿਹੜੀ ਹੈ ਉਹ ਕਿਵੇਂ ਤੁਹਾਡੀ ਹੈਲਪ ਕਰ ਰਹੀ ਹੈ? ਕਿ ਲੋਕ ਸਮਝ ਪਾ ਰਹੇ ਨੇ ਇਸ ਪੂਰੇ ਪ੍ਰੋਜੈਕਟ ਨੂੰ ਔਰ ਇਸ ਪ੍ਰੋਜੈਕਟ ਦੇ ਵਿੱਚ ਮਦਦ ਕਰਨ ਲਈ ਅੱਗੇ ਆ ਰਹੇ ਨੇ? ਹਾਂਜੀ, ਸਾਡੇ ਜਿਹੜੇ ਜ਼ਿਆਦਾ ਕਿਉਂਕਿ ਹੁਣ ਕੋਵਿਡ ਕਰਕੇ ਕਾਫੀ ਗੁਰਦੁਆਰਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੀ ਸੰਗਤ ਨਾਲ ਸਾਡਾ ਬਹੁਤ ਜ਼ਿਆਦਾ ਤਾਲਮੇਲ ਨਹੀਂ ਹੋ ਸਕਿਆ, ਕਿਉਂਕਿ ਕੋਵਿਡ ਕਰਕੇ ਸੰਗਤ ਇੰਨੀ ਜ਼ਿਆਦਾ ਆ ਨਹੀਂ ਸੀ ਰਹੀ, ਤੇ ਬਾਕੀ ਥੋੜਾ ਟਾਈਮ ਦੀ ਸ਼ਾਰਟੇਜ ਵੀ ਹੈ। ਪਰ ਸਾਨੂੰ ਗੁਰਦੁਆਰਾ ਸਾਹਿਬ 3-4 ਗੁਰਦੁਆਰਾ ਸਾਹਿਬ ਤੋਂ ਵੀ ਸਪੋਰਟ ਮਿਲੀ ਹੈ, ਉਹਨਾਂ ਨੇ ਸਾਨੂੰ ਡੋਨੇਸ਼ਨ ਦਿੱਤੀ ਹੈ। ਤੇ ਜਿਹੜੇ ਬਾਕੀ ਜਿਹੜੇ ਸਾਡੇ ਹੈਗੇ ਨੇ 1-to-1 ਕਮਿਊਨੀਕੇਸ਼ਨ ਦੇ ਨਾਲ ਜਿਹੜੇ ਪੰਜਾਬੀ ਬਿਜ਼ਨੈਸਸ ਨੇ ਉਹਨਾਂ ਤੋਂ ਕਾਫੀ ਮਿਲੀ ਹੈ ਸਪੋਰਟ ਮਿਲੀ ਹੈ। ਖਾਲਸਾ ਕ੍ਰੈਡਿਟ ਯੂਨੀਅਨ ਨੇ ਸਾਨੂੰ ਅੱਜ ਹੀ $30,000 ਦਿੱਤੇ ਨੇ, $25,000 ਉਹਨਾਂ ਨੇ ਖਾਲਸਾ ਕ੍ਰੈਡਿਟ ਯੂਨੀਅਨ ਨੇ, ਤੇ ਇੱਕ ਉਹਨਾਂ ਦੇ ਜਿਹੜੇ ਕੋਈ ਕਰਤਾ ਧਰਤਾ ਨੇ ਉਹਨਾਂ ਨੇ ਦਿੱਤੇ ਆ। ਮੈਂ ਉਹਨਾਂ ਤੋਂ ਪੁੱਛਿਆ ਨਹੀਂ ਕਿ ਉਹਨਾਂ ਦਾ ਮੈਂ ਨਾਂ ਲੈ ਸਕਦੀ ਹਾਂ ਕਿ ਨਹੀਂ, ਨਾਂ ਨਹੀਂ ਲਵਾਂਗੀ, ਪਰ ਉਹਨਾਂ ਨੇ ਵੀ ਡੋਨੇਸ਼ਨ ਦਿੱਤੀ ਹੈ। ਸਾਨੂੰ ਬਾਕੀ ਜਿਹੜੇ ਇੱਥੋਂ ਦੀ ਬਿਜ਼ਨਸ ਕਮਿਊਨਿਟੀ ਹੈ, ਸਾਡੇ ਜਿਹੜੇ ਫਰੈਂਡਸ ਨੇ ਉਹਨਾਂ ਦੇ ਤੇ ਉਹਨਾਂ ਨੇ ਕਾਫੀ ਜ਼ਿਆਦਾ ਸਾਡੀ ਮਦਦ ਕੀਤੀ। ਸੋ ਹੁਣ $1 ਲੱਖ ਤੋਂ ਜ਼ਿਆਦਾ ਡਾਲਰ ਅਸੀਂ ਇਸ ਟਾਈਮ ਤੱਕ ਇਕੱਠਾ ਕਰ ਚੁੱਕੇ ਹਾਂ ਪਿਛਲੇ 3-4 ਦਿਨ ਦੇ ਵਿੱਚ। ਜੀ ਠੀਕ ਹੈ। ਸੋ ਬਹੁਤ ਹੀ ਵਧੀਆ ਗੱਲ ਹੈ ਕਿ BC ਦੀ ਕਮਿਊਨਿਟੀ ਤੋਂ ਵੀ ਤੁਹਾਨੂੰ ਇੰਨਾ ਜ਼ਿਆਦਾ ਜਿਹੜਾ ਸਮਰਥਨ ਸਹਿਯੋਗ ਜਿਹੜਾ ਉਹ ਮਿਲ ਰਿਹਾ ਹੈ। ਅੱਗੇ ਕੀ ਮੰਗ ਕਰਦੇ ਹੋ? ਤੁਹਾਡਾ ਇੱਕ ਹੁੰਦਾ ਨਾ, ਹਰ ਕੋਈ ਧਾਰਮਿਕ ਸੰਸਥਾ ਜਦੋਂ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਹਨੂੰ ਲੈ ਕੇ ਇੱਕ ਫਿਊਚਰ ਪਲਾਨ ਵੀ ਹੁੰਦਾ ਹੈ ਵੀ ਅੱਗੇ ਅਸੀਂ ਆਹ ਚੀਜ਼ਾਂ ਜਿਹੜੀਆਂ ਸ਼ੁਰੂ ਕਰਨੀਆਂ ਨੇ, ਸਮਰ ਕੈਂਪ ਲਗਾਉਣੇ ਨੇ ਬੱਚਿਆਂ ਦੇ ਲਈ, ਜਿਵੇਂ ਕਿ ਅਸੀਂ ਇੱਥੇ ਦੇਖਦੇ ਹਾਂ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਐਕਟੀਵਿਟੀਜ਼ ਵੀ ਕਰਵਾਈਆਂ ਜਾਂਦੀਆਂ ਨੇ, ਬਹੁਤ ਤਰ੍ਹਾਂ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਨੇ ਤਾਂ ਕਿ ਜਿਹੜੇ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਵੀ ਚੁੱਕਿਆ ਜਾ ਸਕੇ, ਉਹਨਾਂ ਇਸ਼ੂਜ਼ ਤੇ ਰਿਵਿਊ ਕੀਤਾ ਜਾ ਸਕੇ। ਜੇ ਬੱਚੇ ਜਿਹੜੇ ਸਿੱਖੀ ਧਰਮ ਨਾਲ ਜੁੜਨਾ ਚਾਹੁੰਦੇ ਨੇ, ਆਪਣੀ ਹਿਸਟਰੀ ਬਾਰੇ ਜਾਣਨਾ ਚਾਹੁੰਦੇ ਨੇ, ਉਹਨਾਂ ਦੇ ਲਈ ਕੁਝ ਇਦਾਂ ਦਾ ਉਪਰਾਲਾ ਕੀਤਾ ਜਾ ਸਕੇ ਕਿ ਕਮਿਊਨਿਟੀ ਦੇ ਨਾਲ ਜਿਹੜੇ ਬੱਚੇ ਨੇ, ਜਿਹੜੇ ਸਪੈਸ਼ਲੀ ਜਨਰੇਸ਼ਨ ਇੱਥੇ ਪਲ ਰਹੀ ਹੈ, ਇੱਥੋਂ ਦੀ ਬੌਰਨ ਐਂਡ ਬ੍ਰੌਡ ਅਪ ਹੈ, ਉਹਨਾਂ ਨੂੰ ਸਾਡੇ ਹਿਸਟਰੀ ਬਾਰੇ ਪਤਾ ਲੱਗ ਸਕੇ। ਸੋ ਇਦਾਂ ਦਾ ਹੈਲੀਫੈਕਸ ਜੇ ਅਸੀਂ ਮੈਰੀਟਾਈਮ ਗੁਰਦੁਆਰਾ ਸੰਸਥਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕੀ ਮਕਸਦ ਅੱਗੇ ਹੈਗਾ, ਕੀ ਫਿਊਚਰ ਪਲਾਨ ਹੈਗੇ ਨੇ? ਹਾਂਜੀ ਬਿਲਕੁਲ, ਅਸੀਂ ਇਸੇ ਤਰ੍ਹਾਂ ਦੇ ਸਾਰੀਆਂ ਪਲਾਨਸ ਕਰ ਰਹੇ ਹਾਂ। ਐਕਟੀਵਿਟੀਜ਼ ਅਸੀਂ ਬੱਚਿਆਂ ਦਾ ਸਕੂਲ ਤੇ ਬੱਚਿਆਂ ਨੂੰ ਧਾਰਮਿਕ ਐਜੂਕੇਸ਼ਨ ਬਾਰੇ ਅਸੀਂ ਤੇ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ, ਜੋ ਸਾਡੀ ਜਿਹੜੀ ਸਿੱਖ ਹਿਸਟਰੀ ਹੈ ਹੁਣ ਤੱਕ, ਉਹਦੇ ਬਾਰੇ ਜਾਣਕਾਰੀ ਦੇਣ ਲਈ ਕਾਫੀ ਸਾਰੇ ਪ੍ਰੋਗਰਾਮ ਪਲਾਨ ਕਰ ਰਹੇ ਹਾਂ। ਪਰ ਹਾਲੇ ਸਾਡੇ ਗੁਰਦੁਆਰਾ ਸਾਹਿਬ ਬੰਦ ਹੈ, ਇਸ ਕਰਕੇ ਹਾਲੇ ਉਹਦੀ ਪ੍ਰੈਕਟੀਕਲ ਸ਼ੇਪ ਕੋਈ ਨਹੀਂ ਆਈ। ਪਰ ਸਾਡਾ ਫਿਊਚਰ ਪਲਾਨ ਇਹੋ ਹੀ ਹੈ ਕਿ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਦੀ ਫਿਊਚਰ ਦਾ ਜਿਹੜੀ ਆਪਰੇਸ਼ਨਸ ਹੋਣਗੇ ਉਹ ਪਿਛਲੇ ਵਾਲਿਆਂ ਨਾਲੋਂ ਕਾਫੀ ਜ਼ਿਆਦਾ ਫਰਕ ਹੋਣਗੇ, ਕਿਉਂਕਿ ਬਹੁਤ ਸਾਰਾ ਯੰਗ ਕਮਿਊਨਿਟੀ ਹੈ ਤੇ ਹੁਣ ਜਿਹੜੀ ਸਾਡੀ ਸਿੱਖਾਂ ਦੀ ਜਿਹੜੀ ਅਵੇਅਰਨੈਸ ਲੈਵਲ ਵਧਣਾ ਜ਼ਰੂਰੀ ਹੈ। ਇਹ ਮੇਰੀ ਪਰਸਨਲ ਫੀਲਿੰਗ ਹੈ ਕਿ ਸਿੱਖਾਂ ਨੂੰ ਇੱਕ ਕੰਸੋਲੀਡੇਟਡ ਥਿੰਕ ਟੈਂਕ ਸਾਡਾ ਸਿੱਖਾਂ ਦਾ ਹੋਣਾ ਚਾਹੀਦਾ ਹੈ ਇੰਟਰਨੈਸ਼ਨਲ ਲੈਵਲ ਤੇ, ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਆਈਡੀਓਲੋਜੀ ਡਜ਼ਨਟ ਮੈਟਰ ਕਿ ਤੁਸੀਂ ਕਿਸ ਚੀਜ਼ ਨੂੰ, ਕਿਸ ਆਈਡੀਓਲੋਜੀ ਨੂੰ ਫੋਲੋ ਕਰਦੇ ਹੋ, ਸਾਨੂੰ ਇਕੱਠੇ ਹੋ ਕੇ ਕੰਮ ਕਰਕੇ ਇੱਕ ਸਟਰੋਂਗ ਫਰੰਟ ਬਣਾਉਣਾ ਚਾਹੀਦਾ। ਤੇ ਅਸੀਂ ਸੋਚ ਰਹੇ ਹਾਂ ਕਿ ਇਦਾਂ ਦੀ ਜਿਹੜੀ ਕਮਿਊਨੀਕੇਸ਼ਨ, ਜਿਹੜਾ ਕੰਸਟਰਕਟਿਵ ਕਮਿਊਨੀਕੇਸ਼ਨ ਡਿਵੈਲਪ ਕਰਨ ਦੀ ਲਈ ਅਸੀਂ ਐਫਰਟਸ ਕਰਾਂਗੇ, ਜਿਹਦਾ ਸੈਮੀਨਾਰ ਜਾਂ ਵੈਬੀਨਾਰ ਜਾਂ ਕਾਨਫਰੰਸਿਸ ਵਗੈਰਾ ਕਰਵਾ ਕੇ ਉਹ ਵੀ ਅਸੀਂ ਉਹਦੇ ਬਾਰੇ ਵੀ ਅਸੀਂ ਸੋਚ ਰਹੇ ਹਾਂ। ਤੇ ਬਾਕੀ ਥੋੜਾ ਜਿਹਾ ਕੰਸਟਰਕਸ਼ਨ ਦੇ ਕੰਮ 'ਚ ਬਿਜ਼ੀ ਹੋਣ ਕਰਕੇ ਹਾਲੇ ਉਹਦੇ ਅਸੀਂ ਕੋਈ ਬਹੁਤ ਜ਼ਿਆਦਾ ਉਹਦੇ 'ਚ ਕੋਈ ਐਡਵਾਂਸਡ ਪਲੈਨਿੰਗ ਸਾਡੀ ਨਹੀਂ ਹੋਈ, ਪਰ ਉਹ ਪਾਈਪਲਾਈਨ ਦੇ ਵਿੱਚ ਚੱਲ ਰਿਹਾ। ਬਾਕੀ ਜਿਹੜੇ ਬੱਚਿਆਂ ਦੇ ਫਿਊਚਰ ਦੇ ਵਿੱਚ ਬੱਚਿਆਂ ਲਈ ਸਕੂਲ ਬਣਾਉਣਾ, ਪੰਜਾਬੀ ਸਕੂਲ ਸਪੈਸ਼ਲ, ਉਹ ਸਾਡਾ ਡ੍ਰੀਮ ਹੋਏਗਾ। ਯੈਸ, ਹਾਂਜੀ, ਉਹ ਡਿਪੈਂਡਿੰਗ ਆ ਕਿ ਕਿੰਨੀ ਕਮਿਊਨਿਟੀ ਸਾਡੀ ਗਰੋ ਕਰਦੀ ਹੈ। ਜੇ ਅਸੀਂ ਬੱਚਿਆਂ ਲਈ ਇੱਕ ਸਕੂਲ ਬਣਾ ਸਕੇ ਜਿਹਦੇ ਬੱਚੇ ਆਪਣੀ ਡਰੈਸ ਅਪ ਅੰਮ੍ਰਿਤਸਰੀ ਜਿਹੜੇ ਆਪਣੀ ਸਿੱਖੀ ਸਰੂਪ ਦੇ ਵਿੱਚ ਆ ਕੇ ਆਪਣੀ ਐਜੂਕੇਸ਼ਨ ਲੈ ਸਕਣ, ਤੇ ਉਹ ਸਾਡਾ ਇੱਕ ਡ੍ਰੀਮ ਪ੍ਰੋਜੈਕਟ ਹੋਏਗਾ ਜਿਹਦੇ ਬਾਰੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਇਹ ਵੀ ਫਿਊਚਰ ਦੇ ਵਿੱਚ ਪਲਾਨ ਕਰਾਂਗੇ। ਤੁਸੀਂ ਹੁਣ ਮੀਡੀਆ ਦੇ ਥਰੂ ਵੀ ਇਸ ਮੈਸੇਜ ਨੂੰ ਸਾਰਾ ਤੱਕ ਪਹੁੰਚਾਉਣਾ ਚਾਹੁੰਦੇ ਹੋ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਕਾਰਜ ਕੀਤਾ ਹੈ, ਕੋਈ ਇਸ ਤਰੀਕੇ ਦੀ ਅਪੀਲ ਕੀਤੀ ਹੈ ਕਿ ਲੋਕ ਤੁਹਾਡੇ ਨਾਲ ਜੁੜ ਸਕਣ? ਹਾਂਜੀ, ਅਸੀਂ ਕਾਫੀ ਜ਼ਿਆਦਾ ਅਪੀਲਾਂ ਆਪਣੇ ਸੋਸ਼ਲ ਮੀਡੀਆ ਦੇ ਥਰੂ ਕਰਦੇ ਰਹਿੰਦੇ ਹਾਂ। ਵੀਡੀਓ ਅਸੀਂ ਕਾਫੀ ਐਕਚੁਅਲੀ
ਜ਼ਿਆਦਾਤਰ ਸਾਡੀ ਜਿਹੜੀ ਅਪੀਲ ਸੰਗਤ ਦਾ ਰੀਚ ਆਊਟ ਜਿਹੜੀ ਸੋਸ਼ਲ ਮੀਡੀਆ ਦੇ ਥਰੂ ਹੀ ਹੋਈ ਹੈ, ਕਿਉਂਕਿ ਹੁਣ ਤੇ ਸਭ ਕੁਝ ਬੰਦ ਸੀ ਨਾ, ਆਪਾਂ ਵੀ ਬਹੁਤ ਜ਼ਿਆਦਾ ਟਰੈਵਲ ਨਹੀਂ ਸੀ ਕਰ ਸਕਦੇ। ਹੁਣ ਜਦੋਂ ਖੁੱਲਿਆ ਵਾ ਤੇ ਵੈਕਸੀਨੇਸ਼ਨ ਤੋਂ ਬਾਅਦ ਮੇਰਾ ਪਹਿਲਾ ਟ੍ਰਿਪ ਇਹੋ ਹੀ ਸਭ ਤੋਂ ਪਹਿਲਾਂ BC ਦਾ ਬਣਿਆ, ਤਾਂ ਜੋ ਅਸੀਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਨੂੰ ਪੂਰਾ ਕਰ ਸਕੇ ਤੇ ਆਪ ਰੀਚ ਆਊਟ ਕਰ ਸਕੇ ਪਰਸਨਲੀ। ਪਰ ਸੋਸ਼ਲ ਮੀਡੀਆ ਦਾ ਤੇ ਬਹੁਤ ਵੱਡਾ ਰੋਲ ਹੈ। ਅਸੀਂ ਹਰ ਤਰ੍ਹਾਂ ਦੇ ਜਿੱਦਾਂ ਫੇਸਬੁੱਕ ਜਾਂ WhatsApp ਗਰੁੱਪ ਦੇ ਥਰੂ ਮੈਸੇजेस ਦੇ ਥਰੂ ਅਸੀਂ ਕਾਫੀ ਜ਼ਿਆਦਾ ਕਮਿਊਨੀਕੇਟ ਕਰ ਪਾ ਰਹੇ ਹਾਂ। ਵੀਡੀਓਜ਼ ਅਸੀਂ ਵੀਡੀਓ ਰਿਕਾਰਡਿੰਗਸ ਕੀਤੀਆਂ ਨੇ, ਵੀਡੀਓ ਮੈਸੇਜ ਅਸੀਂ ਜੁਲਾਈ ਲਾਸਟ ਈਅਰ ਤੋਂ ਵੀਡੀਓ ਮੈਸੇਜ ਰਿਕਾਰਡ ਕਰ ਰਹੇ ਹਾਂ, ਕਾਫੀ ਵੱਡੇ ਵੀਡੀਓ ਮੈਸੇਜ, ਫਿਰ ਡਿਟੇਲ ਦੇ ਵਿੱਚ ਥੈਂਕਸ ਦਾ ਜਦੋਂ ਵੀ ਅਪਡੇਟਸ ਵੀ ਦਿੰਦੇ ਰਹੇ ਆ ਸੰਗਤ ਨੂੰ ਵੀਡੀਓ ਮੈਸੇਜ ਦੇ ਥਰੂ। ਤੇ ਕਾਫੀ ਸਾਰੇ ਬੱਚਿਆਂ ਨੇ ਛੋਟੇ ਮੈਸੇਜ ਵੀ ਅਪੀਲ ਦੇ ਕੀਤੇ ਨੇ, ਉਹਨਾਂ ਨੇ ਰਿਕਾਰਡ ਕੀਤੇ ਨੇ, ਜਿਹੜੇ ਅਸੀਂ ਸੰਗਤ ਨਾਲ ਸ਼ੇਅਰ ਕਰਦੇ ਰਹੇ ਹਾਂ ਲਗਾਤਾਰ। ਉਸੇ ਥਰੂ ਹੀ ਸਾਨੂੰ ਪੂਰੇ ਕੈਨੇਡਾ ਦੀ ਸਾਨੂੰ USA ਤੋਂ ਵੀ ਕਾਫੀ ਸਪੋਰਟ ਮਿਲੀ ਹੈ, ਇੰਨੀ ਜ਼ਿਆਦਾ ਨਹੀਂ ਜਿੰਨੀ ਕੈਨੇਡਾ ਦੀ ਸੰਗਤ ਬੇਸਿਕਲੀ ਸੀ ਇੱਥੇ ਫੋਕਸ ਕੀਤਾ, ਤੇ ਅਸੀਂ ਕਰਦੇ ਰਹੇ ਹਾਂ ਰੀਚ ਆਊਟ ਕਾਫੀ ਮੀਡੀਆ ਦੇ ਥਰੂ ਕਰਦੇ ਰਹੇ ਜੀ। ਸੋ ਹੈਲੀਫੈਕਸ ਦੇ ਵਿੱਚ ਇਸ ਵੇਲੇ ਇੱਕ ਹੀ ਗੁਰਦੁਆਰਾ ਸਿਰਫ ਸਿੱਖ ਮੈਰੀਟਾਈਮ ਸੁਸਾਇਟੀ ਨੋਵਾ ਸਕੋਸ਼ੀਆ ਦੇ ਵਿੱਚ ਨੋਵਾ ਸਕੋਸ਼ੀਆ 'ਚ ਇੱਕ ਹੀ ਗੁਰਦੁਆਰਾ ਹੈ। ਸੋ ਜਿਹੜੀ ਉੱਥੋਂ ਦੀ ਲੋਕਲ ਸੰਗਤ ਹੈ, ਉਹ ਲੋਕਲ ਸੰਗਤ ਤੁਹਾਡੇ ਨਾਲ ਕਿੱਦਾਂ ਦੇ ਇਸ਼ੂਜ਼ ਦੇ ਉੱਤੇ ਗੱਲ ਕਰਦੀ ਹੈ? ਵੀ ਗੁਰਦੁਆਰੇ ਦੀ ਡਿਮਾਂਡ ਹੈ, ਉਹਨੂੰ ਵੱਡਾ ਕਰਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਸੋ ਕਿਹੜੇ ਮੁੱਦਿਆਂ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਲੋਕਲ ਲੈਵਲ ਦੇ ਉੱਤੇ, ਜਿਹੜੀ ਜ਼ਰੂਰਤ ਤੁਹਾਨੂੰ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਵੀ ਇਹ ਚੀਜ਼ ਕਰਨ ਦੀ ਲੋੜ ਹੈ ਇਸ ਵੇਲੇ? ਸਭ ਤੋਂ ਵੱਡਾ ਇਸ ਟਾਈਮ ਤੇ ਤਾਂ ਇਹੋ ਹੀ ਹੈ, ਸਭ ਦੀ ਜਿਹੜੀ ਡਿਮਾਂਡ ਹੈ ਗੁਰਦੁਆਰਾ ਸਾਹਿਬ ਨੂੰ ਕਦੋਂ ਖੋਲਿਆ ਜਾਏਗਾ, ਕਿਉਂਕਿ ਗੁਰਦੁਆਰਾ ਸਾਹਿਬ ਬੰਦ ਪਿਆ ਵਾ। ਇਸ ਟਾਈਮ ਤੇ ਸਾਡੀ ਸਭ ਤੋਂ ਜ਼ਿਆਦਾ ਫੋਕਸ ਜਿਹੜਾ ਵਾ ਇਸੇ ਗੱਲ ਤੇ ਹੀ ਹੈ ਕਿ ਜਿਹੜੀ ਕੰਸਟਰਕਸ਼ਨ ਕਦੋਂ ਕੰਪਲੀਟ ਹੋਏਗੀ ਤੇ ਇਸ ਤੋਂ ਅਸੀਂ ਗੁਰਦੁਆਰਾ ਸਾਹਿਬ ਦੇ ਬੈਠ ਕੇ ਕਦੋਂ। ਸੋ ਕੀ ਲੱਗਦਾ ਤੁਹਾਨੂੰ ਕਦੋਂ ਤੱਕ ਕੰਪਲੀਟ ਹੋ ਸਕਦੀ ਹੈ, ਜਿਸ ਤਰੀਕੇ ਨਾਲ ਤੁਹਾਨੂੰ ਸਪੋਰਟ ਮਿਲ ਰਹੀ ਹੈ ਲੋਕਾਂ ਦੀ? ਹਾਂਜੀ, ਸਾਡੀ ਇੱਕ ਵਾਹਿਗੁਰੂ ਅੱਗੇ ਇਹ ਇੱਛਾ ਹੈਗੀ, ਸਾਡੀ ਵਾਹਿਗੁਰੂ ਨੂੰ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਜਿਹੜਾ 17 ਨਵੰਬਰ ਤੋਂ ਪਹਿਲਾਂ ਜੇ ਅਸੀਂ ਕੰਪਲੀਟ ਕਰਕੇ ਖੋਲ ਸਕੀਏ, ਇਹ ਸਾਡੀ ਸਭ ਤੋਂ ਵੱਡੀ ਇੱਛਾ ਹੈ ਇਸ ਟਾਈਮ ਤੇ। ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਆਪਣਾ ਸਾਨੂੰ BC ਤੋਂ ਸਪੋਰਟ ਮਿਲੀ ਹੈ ਤੇ ਇਹ ਸਾਡੀ ਇੱਛਾ ਪੂਰੀ ਹੋ ਜਾਏਗੀ। ਸਭ ਤੋਂ ਵੱਡੀ ਡਿਮਾਂਡ ਮੈਨੂੰ ਕਾਫੀ ਵਾਰੀ ਇੱਧਰੋਂ ਉੱਧਰੋਂ ਕੋਈ ਕਹਿੰਦੇ ਦੱਸੋ ਅਪਡੇਟਸ ਦਿਓ, ਕੀ ਚੱਲ ਰਿਹਾ, ਕਿੱਥੇ ਕਿੱਦਾਂ ਖੁੱਲੇਗਾ, ਕਦੋਂ ਖੁੱਲੇਗਾ, ਇਹੋ ਹੀ ਸਭ ਤੋਂ ਵੱਡੀ ਕੁਐਸਚਨ ਹੈ ਜਿਹੜਾ ਮੈਨੂੰ ਹਰ ਰੋਜ਼ ਆਲਮੋਸਟ ਫੇਸ ਕਰਨਾ ਪੈਂਦਾ, ਕਿਉਂਕਿ ਥੋੜੀ ਜਿਹੀ ਚੈਲੰਜਿੰਗ ਸਿਰਫ ਇਸ ਲਈ ਨਹੀਂ ਹੈਗਾ ਕਿ ਅਸੀਂ ਫਾਈਨੈਂਸਸ ਕਰਕੇ ਤੁਹਾਨੂੰ ਥੋੜਾ ਆਪਣੇ ਜਿਹੜੇ ਕੰਟਰੈਕਟਰਸ ਵੀ ਤੁਸੀਂ ਬਹੁਤ ਐਕਸਪੈਂਸਿਵ ਕੰਟਰੈਕਟਰ ਜਿਹੜੇ ਜ਼ਿਆਦਾ ਐਫੀਸ਼ੀਐਂਟ ਹੁੰਦੇ ਉਹਨਾਂ ਨੂੰ ਹਾਇਰ ਨਹੀਂ ਕਰ ਸਕਦੇ, ਕਿਉਂਕਿ ਅਸੀਂ ਆਪਣੇ ਫਾਈਨੈਂਸਸ ਨੂੰ ਮੈਨੇਜ ਕਰਨਾ ਹੁੰਦਾ। ਕਈ ਵਾਰੀ ਤੁਸੀਂ ਮੈਨੇਜ ਕਰ ਦਿਓ ਕਿ ਆਹ ਸਟਾਰਟ ਕਰ ਲਓ, ਇਹਨੂੰ ਰੋਕ ਦਿਓ, ਤਾਂ ਜੋ ਇੱਥੇ ਤੁਹਾਨੂੰ ਕਈਆਂ ਨੂੰ ਕੈਸ਼ ਪੇਮੈਂਟ ਦੇਣੀ ਪੈਂਦੀ, ਕਈਆਂ ਤੋਂ ਤੁਸੀਂ ਬੈਂਕ ਤੋਂ ਲੋਨ ਚੋਂ ਡਰਾ ਕਰਕੇ ਦੇ ਸਕਦੇ ਹੋ। ਸੋ ਮੈਨੇਜਮੈਂਟ ਕਰ ਰਹੇ ਹਾਂ ਅਸੀਂ, ਇਸ ਕਰਕੇ ਥੋੜਾ ਜਿੰਨੀ ਵੀ ਸਲੋ ਚੱਲ ਰਿਹਾ ਪਰ ਪ੍ਰੋਗਰੈਸ ਕਰ ਰਿਹਾ। ਤੇ ਸੰਗਤ ਦਾ ਜਿਹੜਾ ਇਹ ਸਵਾਲ ਹੈ ਕਦੋਂ ਖੁੱਲੇਗਾ, ਮੇਰਾ ਖਿਆਲ ਹੈ ਕਿ ਵਾਹਿਗੁਰੂ ਸਾਨੂੰ ਜਲਦੀ ਹੀ ਇਹਦੇ ਬਾਰੇ ਸਾਨੂੰ ਨਵੰਬਰ ਤੱਕ ਕੰਪਲੀਟ ਖੁਸ਼ਖਬਰੀ ਮਿਲ ਜਾਏਗੀ। ਜੀ ਬਿਲਕੁਲ, ਚਲੋ ਉਮੀਦ ਕਰਦੇ ਹਾਂ ਕਿ ਵਾਕਈ ਜਿੱਦਾਂ ਤੁਸੀਂ ਸੋਚ ਰਹੇ ਹੋ ਇਦਾਂ ਹੀ ਹੋਵੇ ਔਰ ਜਲਦੀ ਲੋਕ ਜਿਹੜੇ ਆ ਉਹ ਮਦਦ ਕਰਕੇ ਗੁਰਦੁਆਰਾ ਸਾਹਿਬ ਜਿਹੜਾ ਉਹ ਫਿਰ ਤੋਂ ਖੁੱਲ ਸਕੇ। ਸੋ ਆਖਿਰ ਦੇ ਵਿੱਚ ਤੁਹਾਡੇ ਤੋਂ ਸਿਮਰਦੀਪ ਹੁੰਦਲ ਜੀ ਅਸੀਂ ਇਹ ਜਾਣਨਾ ਚਾਹਾਂਗੇ ਵੀ ਹੁਣ ਤੁਸੀਂ BC ਦੇ ਵਿੱਚੋਂ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਕਰ ਸਕਦੇ ਹੋ, ਸਪੈਸ਼ਲੀ ਆਪਣਾ ਕੰਟੈਕਟ ਨੰਬਰ, ਤੁਹਾਡੀ ਈਮੇਲ ID ਹੈ, ਲੋਕ ਜੇ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ ਉਹ ਕਿਵੇਂ ਕਰਨ, ਤੇ ਸਪੈਸ਼ਲੀ ਤੁਹਾਡੇ ਤੇ ਟਰਸਟ ਜੋ ਹੈ ਉਹ ਕਿਵੇਂ ਕਰਨ, ਇਹ ਸਾਰੀ ਅਪੀਲ ਇੱਕ ਵਾਰੀ ਕਰ ਦਿਓ। ਹਾਂਜੀ ਜੀ, ਮੈਂ ਜੀ BC ਦੀ ਜਿਹੜੀ ਸੰਗਤ ਹੈ ਇਹਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਜੇ ਤੁਸੀਂ ਕਿਸੇ ਵੀ ਤਰੀਕੇ ਦਾ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਬਾਰੇ ਕੋਈ ਸਵਾਲ ਹੈ ਜਾਂ ਗੁਰਦੁਆਰਾ ਸਾਹਿਬ ਦੀ ਹੋਰ ਵੀ ਉਹਦੇ ਬਾਰੇ ਕੋਈ ਹੋਰ ਵੀ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਹੈ ਤਾਂ ਤੁਸੀਂ ਮੈਨੂੰ ਮੇਰਾ ਜਿਹੜਾ ਸੈੱਲ ਨੰਬਰ ਹੈ 902 223 3345 ਤੇ ਕਾਲ ਕਰਕੇ ਮੈਸੇਜ ਕਰਕੇ ਕਰ ਸਕਦੇ ਹੋ। ਜੇ ਮੈਸੇਜ ਜ਼ਿਆਦਾ ਈਜ਼ੀ ਹੈ ਕਿਉਂਕਿ ਫਿਰ ਮੈਂ ਤੁਹਾਨੂੰ ਜਵਾਬ ਜ਼ਰੂਰ ਦਿਆਂਗੀ। 902 223 3345 ਤੇ ਕਿਸੇ ਵੀ ਤਰੀਕੇ ਦਾ ਸਵਾਲ ਹੈ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ। ਤੇ ਤੁਹਾਨੂੰ ਇਸ ਗੱਲ ਦਾ ਤੁਹਾਨੂੰ 100% ਪਰਮਾਤਮਾ ਦੀ ਓਟ ਆਸਰਾ ਲੈ ਕੇ ਇਸ ਗੱਲ ਦਾ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ ਹੈ। ਤੇ ਇਸ ਗੱਲ ਦਾ ਤੁਹਾਨੂੰ ਮੈਂ ਯਕੀਨ ਦਿਵਾਉਂਦੀ ਹਾਂ ਕਿ ਇੱਕ ਸੈਂਟ ਜਿਹੜਾ ਤੁਹਾਡੀ ਮਾਇਆ ਦਾ ਜਿਹੜਾ ਤੁਸੀਂ ਤੁਹਾਡੀ ਡੋਨੇਸ਼ਨ ਦਾ ਦਸਵੰਧ ਦਾ ਇੱਕ ਸੈਂਟ ਜਿਹੜਾ ਵਾ ਅਸੀਂ ਉਹਨੂੰ ਸਹੀ ਤਰੀਕੇ ਨਾਲ ਵਰਤ ਰਹੇ ਹਾਂ ਤਾਂ ਜੋ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਛੇਤੀ ਤੋਂ ਛੇਤੀ ਪੂਰੀ ਕਰ ਸਕੀਏ। ਤੇ ਜੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੋ ਤਾਂ maritime-sikh-society.ca ਜਿਹੜੀ ਸਾਡੀ ਵੈਬਸਾਈਟ ਹੈ ਉੱਥੇ ਜਾ ਕੇ ਡੋਨੇਟ ਬਟਨ ਨੂੰ ਦਬਾਓ ਤਾਂ ਤੁਹਾਨੂੰ ਕਾਫੀ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ, ਉਹਨਾਂ ਤੇ ਤੁਸੀਂ ਆਨਲਾਈਨ ਡੋਨੇਟ ਵੀ ਕਰ ਸਕਦੇ ਹੋ। ਤਾਂ ਮੇਰੀ ਜਿਹੜੀ ਸਾਡੀ ਸੰਗਤ ਨੂੰ ਅਪੀਲ ਹੈ ਕਿ ਸਾਡਾ ਜਿਹੜਾ ਟੋਟਲ ਬਜਟ 1.8 ਮਿਲੀਅਨ ਸੀ, $18 ਲੱਖ ਸੀ, ਉਹਦੇ ਵਿੱਚੋਂ ਹੁਣ ਸਾਨੂੰ ਸਿਰਫ $3.5 ਲੱਖ ਦੀ ਲੋੜ ਹੈ, ਜਿਹਦੇ ਵਿੱਚੋਂ ਸਾਨੂੰ $1 ਲੱਖ ਤੋਂ ਜ਼ਿਆਦਾ ਡਾਲਰ ਪਿਛਲੇ 2-3 ਦਿਨ 'ਚ ਮਿਲ ਗਿਆ ਹੋਇਆ। ਸੋ ਹੁਣ $2.5 ਲੱਖ ਦੀ ਹੀ ਲੋੜ ਰਹਿ ਗਈ ਹੈ। ਤੇ ਸਾਨੂੰ ਲੱਗ ਰਿਹਾ ਕਿ ਸਾਡਾ ਜਿਹੜਾ ਪ੍ਰੋਜੈਕਟ ਹੈ ਕਾਫੀ ਕੰਪਲੀਸ਼ਨ ਹੋਣ ਦੇ ਨੇੜੇ ਪਹੁੰਚ ਗਿਆ। ਵਾਹਿਗੁਰੂ ਦੀ ਮਿਹਰ ਹੋ ਰਹੀ ਹੈ ਤੇ BC ਦੀ ਸੰਗਤ ਦੇ ਥਰੂ ਸਾਨੂੰ ਵਾਹਿਗੁਰੂ ਦੀ ਮਿਹਰ ਸਾਡੇ ਤੇ ਹੋ ਰਹੀ ਹੈ। ਤੇ ਤੁਸੀਂ ਮੈਨੂੰ ਕਿਸੇ ਵੀ ਤਰੀਕੇ ਦਾ ਸਵਾਲ ਪੁੱਛਣ ਲਈ ਮੈਨੂੰ ਕੰਟੈਕਟ ਕਰ ਸਕਦੇ ਹੋ।
ਤੇ ਜੇ ਤੁਸੀਂ ਫੋਨ ਤੇ ਡੋਨੇਸ਼ਨ ਦੇਣੀ ਚਾਹੁੰਦੇ ਹੋ ਤੇ ਸਾਡੇ ਜਿਹੜੇ ਟ੍ਰੈਜਰਰ ਨੇ ਉਹਨਾਂ ਦਾ ਫੋਨ ਨੰਬਰ 902 412 3050 ਹੈ। ਉਹਨਾਂ ਨੂੰ ਫੋਨ ਤੇ ਕਰੋਗੇ ਤਾਂ ਕਾਲ ਤੇ ਤੁਹਾਡੇ ਤੋਂ ਫੋਨ ਤੇ ਪੇਮੈਂਟ ਲੈ ਕੇ ਡੋਨੇਸ਼ਨ ਤੁਹਾਨੂੰ ਰਸੀਦ ਤੁਹਾਨੂੰ ਭੇਜ ਦੇਣਗੇ। ਸਾਰੀ ਦੀ ਸਾਰੀ ਜਿਹੜੀ ਡੋਨੇਸ਼ਨ ਹੈ ਇਹ ਟੈਕਸ ਡਿਡਕਟੇਬਲ ਹੈ, ਕਿਉਂਕਿ ਸਾਡੀ ਜਿਹੜੀ ਚੈਰੀਟੇਬਲ ਰਜਿਸਟ੍ਰੇਸ਼ਨ ਹੈ 1968 ਤੋਂ ਹੁਣ ਤੱਕ ਕਾਫੀ ਜ਼ਿਆਦਾ ਐਸਟੈਬਲਿਸ਼ ਰਜਿਸਟ੍ਰੇਸ਼ਨ ਹੈ ਤੇ ਸਾਨੂੰ ਅੱਜ ਤੱਕ ਕਦੀ ਇਸ ਟੈਕਸ ਡਿਡਕਟੇਬਲ 'ਚ ਕੋਈ ਇਸ਼ੂ ਨਹੀਂ ਆਇਆ। ਤੁਸੀਂ ਇਹਨੂੰ ਤੁਸੀਂ ਤੁਹਾਨੂੰ ਰਸੀਦ ਤੁਹਾਨੂੰ ਇਸ਼ੂ ਕੀਤੀ ਜਾਏਗੀ ਰਾਈਟ ਅਵੇ। ਜਰ ਡਾਕਟਰ ਸਿਮਰਦੀਪ ਕੌਰ ਹੁੰਦਲ ਜੀ, ਬਹੁਤ ਬਹੁਤ ਸ਼ੁਕਰੀਆ ਦ ਮਾਰਨਿੰਗ ਸ਼ੋਅ ਦੇ ਵਿੱਚ ਜੁੜਨ ਦੇ ਲਈ, ਔਰ ਸਪੈਸ਼ਲੀ ਜਿਹੜਾ ਚੰਗਾ ਕੰਮ ਤੁਸੀਂ ਕਰਨ ਦਾ ਬੀੜਾ ਜਿਹੜਾ ਚੁੱਕਿਆ ਉਸ ਸੰਬੰਧੀ ਗੱਲਬਾਤ ਕਰਨ ਦੇ ਲਈ, ਔਰ ਸੰਗਤ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਕਰਨ ਲਈ, ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੇ ਨੇ ਉਹ ਮੈਨੂੰ ਲੱਗਦਾ ਇਸ ਇੰਟਰਵਿਊ ਦੇ ਵਿੱਚ ਉਹ ਸਾਰੇ ਕਲੀਅਰ ਹੋਏ ਨੇ ਤੇ ਲੋਕ ਵੱਧ ਚੜ ਕੇ ਜਿਹੜਾ ਨਾ ਤੁਹਾਨੂੰ ਸਹਿਯੋਗ ਦੇਣਗੇ। ਸੋ ਅਸੀਂ ਵੀ ਉਮੀਦ ਇਹੀ ਕਰਦੇ ਹਾਂ ਕਿ ਫਟਾਫਟ ਜਿਹੜਾ ਇਹ ਗੁਰਦੁਆਰਾ ਜਿਹੜਾ ਇਹ ਖੁੱਲ੍ਹ ਜਾਵੇ, ਵੱਧ ਜਾਵੇ, ਵਿਸ਼ਾਲ ਹੋ ਜਾਵੇ, ਤਾਂ ਕਿ ਕਮਿਊਨਿਟੀ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ ਤੇ ਲੋਕ ਜਿਹੜੇ ਉੱਥੇ ਜਾ ਸਕਣ। ਸੋ ਫਿਰ ਤੋਂ ਤੁਸੀਂ ਸਾਡੇ ਨਾਲ ਇੱਥੇ ਬੈਠੋ ਤੇ ਆਪਾਂ ਫਿਰ ਇੰਟਰਵਿਊ ਕਰੀਏ ਵੀ ਹੁਣ ਕੀ ਅੱਗੇ ਪਲਾਨ ਹੈਗੇ ਨੇ। ਸੋ ਇਹ ਉਮੀਦ ਕਰਦੇ ਹਾਂ। ਸੋ ਜੀ ਬਹੁਤ ਬਹੁਤ ਸ਼ੁਕਰੀਆ ਦ ਮਾਰਨਿੰਗ ਸ਼ੋਅ ਦੇ ਵਿੱਚ ਆਉਣ ਦੇ ਲਈ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦੇਣ ਲਈ ਜੀ। ਥੈਂਕ ਯੂ ਸਿਮਰਦੀਪ ਜੀ। ਸੋ ਜਿਸ ਤਰੀਕੇ ਨਾਲ ਸਿਮਰਦੀਪ ਕੌਰ ਹੁੰਦਲ ਹੋਰਾਂ ਨਾਲ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਹੈ ਟਰਾਂਸਪੇਰੈਂਸੀ ਜਿਹੜੀ ਹੁੰਦੀ ਹੈ ਉਹ ਕਲੀਅਰ ਕੀਤੀ ਹੈ ਵੀ ਲੋਕਾਂ ਦਾ ਭਰੋਸਾ ਜਿਹੜਾ ਹੈ ਉਹ ਕਿਵੇਂ ਇਹਨਾਂ ਦੇ ਉੱਤੇ ਕੀਤਾ ਜਾ ਸਕਦਾ ਹੈ। ਸੋ ਇਸ ਟਾਈਮ ਮੈਰੀਟਾਈਮ ਸਿੱਖ ਸੁਸਾਇਟੀ ਨੂੰ ਜਿਸ ਤਰੀਕੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ, ਉਹ ਸਹਿਯੋਗ ਵੱਧ ਚੜ੍ਹ ਕੇ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਨਵੰਬਰ ਤੱਕ ਵਾਕਈ ਇਹ ਗੁਰਦੁਆਰਾ ਜਿਹੜਾ ਹੈ ਇਹ ਖੁੱਲ੍ਹ ਸਕੇ, ਇਹ ਵਿਸ਼ਾਲ ਹੋ ਸਕੇ ਤੇ ਜਿਹੜੇ ਲੋਕ ਨੇ ਉੱਥੇ ਜਾਣਾ ਚਾਹੁੰਦੇ ਨੇ, ਸੇਵਾ ਕਰਨਾ ਚਾਹੁੰਦੇ ਨੇ, ਅਰਦਾਸ ਕਰਨਾ ਚਾਹੁੰਦੇ ਨੇ, ਉਹ ਉੱਥੇ ਜਾ ਸਕਣ, ਕਿਉਂਕਿ ਜਿਹੜੀ ਜਗ੍ਹਾ ਦੇ ਉੱਤੇ ਸਾਡੇ ਆਪਣੇ ਧਾਰਮਿਕ ਸਥਾਨ ਹੁੰਦੇ ਨੇ ਉਹ ਸਾਡੀ ਬਹੁਤ ਵੱਡੀ ਪਹਿਚਾਣ ਵੀ ਹੁੰਦੇ ਨੇ। ਸੋ ਉਮੀਦ ਕਰਦੇ ਹਾਂ ਕਿ ਵੱਧ ਚੜ੍ਹ ਕੇ ਤੁਹਾਡਾ ਸਹਿਯੋਗ ਹੈ ਇਸ ਸੰਸਥਾ ਨੂੰ ਜ਼ਰੂਰ ਮਿਲੇਗਾ। ਇਜਾਜ਼ਤ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।